ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੁਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਹਰੋਂ ਤਹਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਿਤਾ ਸਕਤੂ ਸਿੱਖ ਨਿਹਾਲੂ। ਬਸ ਹੈ ਆਗਰੇ ਸੁਮਤ ਵਿਸਾਲੂ। ਦਰਸ਼ਨ ਸ੍ਰੀ ਅਰਜਨ ਕੇ ਆਏ। ਬੰਦਨ ਕੈ ਬੈਠ ਅਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਰਾਜਾਨ ਰਾਜ ਭਾਨਾਨ ਭਾਨ। ਦੇਵਾਨ ਦੇਵ ਉਪਮਾ ਮਹਾਨ। ਕੋਟ ਬ੍ਰਹਮੰਡਾ ਦੇ ਮਾਲਕ ਜਾਗਦੀ ਜੋਤ। ਜਾਹਰਾ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਜਗਤ ਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜਨੀ ਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੈ ਭਵ ਲਇਓ।
याहि काज धरा हम जन्मं समझ लेहो साधु सब मनमं धर्म चलावन संत उबारन दुष्ट सभन को मूल उपाड़न ਧੰਨ ਧੰਨ ਕਲਗੀਧਰ ਪਿਤਾ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਾਮ ਵੇਲੇ ਦੇ ਸੁੰਦਰ ਦੀਵਾਨ ਸਜ ਰਹੇ ਨੇ। ਸ੍ਰੀ ਰਹਿਰਾਸ ਸਾਹਿਬ ਦਾ ਪਾਠ, ਆਰਤੀ ਆਰਤਾ ਅਰਦਾਸ ਉਪਰੰਤ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਖਵਾਕ ਆਪ ਜੀਆਂ ਨੇ ਬੜੇ ਹੀ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੇ ਹਨ। ਹੁਣ ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਕੱਲ੍ਹ ਦੇ ਪ੍ਰਸੰਗ ਦੇ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਗੁਰਸਿੱਖ ਆਉਂਦੇ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ। ਕੋਈ ਗਿਆਨ ਦੀ ਗੱਲ ਕਰਦਾ ਹੈ, ਕੋਈ ਕਰਮ ਦੀ ਗੱਲ ਕਰਦਾ ਹੈ। ਜੋ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਕਿ ਕੁਝ ਗੁਰਸਿੱਖ ਆਏ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕਰਕੇ ਬੇਨਤੀ ਕਰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀਓ, ਜੋ ਆਪ ਜੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸੰਪਾਦਿਤ ਕੀਤਾ ਹੈ, ਉਸ ਤੋਂ ਵੱਖ ਵੀ ਬਹੁਤ ਸਾਰੀਆਂ ਬਾਣੀਆਂ, ਜਿਵੇਂ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਹੈ। ਇਹ ਕਿਰਪਾ ਕਰਕੇ ਦੱਸਣਾ ਕਰੋ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤਾਂ ਅਸੀਂ ਪੜ੍ਹ ਸਕਦੇ ਹਾਂ, ਪਰ ਕੀ ਅਸੀਂ ਭਾਈ ਗੁਰਦਾਸ ਜੀ ਦੀ ਬਾਣੀ ਵੀ ਪੜ੍ਹ ਸਕਦੇ ਹਾਂ? ਜਾਂ ਫਿਰ ਜਿਹੜੇ ਹੋਰ ਕਵੀ ਨੇ ਜਿਨ੍ਹਾਂ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰੀਸ ਕਰਕੇ ਆਪਣੀਆਂ ਵੱਖੋ ਵੱਖਰੀਆਂ ਬਾਣੀਆਂ ਉਚਾਰਨ ਕੀਤੀਆਂ ਨੇ, ਵੱਖਰੋ ਵੱਖਰੇ ਗ੍ਰੰਥ ਬਣਾਏ ਨੇ, ਉਹਨਾਂ ਦੇ ਪੜ੍ਹਨ 'ਚ ਅਤੇ ਆਪ ਜੀ ਦੀ ਬਾਣੀ ਨੂੰ ਪੜ੍ਹਨ 'ਚ ਕੀ ਫਰਕ ਹੈ? ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਬਚਨ ਹੈ, ਸਤਿਗੁਰੂ ਬਾਝੋ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਸਤਿਗੁਰੂ ਦੇ ਸਿਧਾਂਤ ਤੋਂ ਉਲਟ, ਜਿਹਦੇ ਵਿੱਚ ਗੁਰੂ ਦੀ ਉਪਮਾ ਨਾ ਹੋਵੇ, ਪਰਮੇਸ਼ਰ ਦੀ ਵਡਿਆਈ ਨਾ ਹੋਵੇ, ਪਰਮਾਤਮਾ ਦੇ ਨਾਮ ਦੀ ਵਡਿਆਈ ਨਾ ਹੋਵੇ, ਉਹ ਗੁਰੂ ਦੇ ਸਿਧਾਂਤ ਤੋਂ ਜੋ ਉਲਟ ਹੈ ਉਹਨੂੰ ਕੱਚੀ ਬਾਣੀ ਕਹਿੰਦੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਤੇ ਜੋ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ, ਜਾਂ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਕਿ ਬਾਣੀ ਦੀ ਕੂੰਜੀ ਕਿਹਾ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਉਹ ਬਾਣੀ ਨੂੰ ਸਾਧ ਸੰਗਤ ਜੀ ਗੁਰੂ ਦਾ ਸਿੱਖ ਪੜ੍ਹ ਸਕਦਾ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਆਪ ਜੀਆਂ ਨੇ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਹੈ। ਹੁਣ ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਮਹਿਤਾ ਸਕਤੂ ਸਿੱਖ ਨਿਹਾਲੂ। ਗੁਰਸਿੱਖ ਆਏ ਨੇ ਜਿਨ੍ਹਾਂ ਦਾ ਨਾਮ ਮਹਿਤਾ ਸਕਤੂ ਹੈ ਤੇ ਨਿਹਾਲੂ ਹੈ। ਬਸ ਹੈ ਆਗਰੇ ਸੁਮਤ ਵਿਸਾਲੂ। ਸ੍ਰੇਸ਼ਟ ਮਤ ਵਾਲੇ ਨੇ, ਬੜੇ ਸਿਆਣੇ ਨੇ ਤੇ ਆਗਰਾ ਸ਼ਹਿਰ ਦੇ ਵਿੱਚ ਵਸਦੇ ਹਨ। ਦਰਸ਼ਨ ਸ੍ਰੀ ਅਰਜਨ ਕੇ ਆਏ। ਦੋਵੇਂ ਗੁਰਸਿੱਖ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਧਾਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਰ। ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੁਰਸਿੱਖ ਆਏ ਨੇ ਅੰਮ੍ਰਿਤਸਰ ਸ਼ਹਿਰ ਵਿੱਚ। ਬੰਧਨ ਕਰ ਕੇ ਬੈਠ ਅਲਾਏ। ਸਤਿਗੁਰੂ ਸਾਹਿਬ ਜੀ ਦੇ ਦਰਬਾਰ 'ਚ ਆਏ ਨੇ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਹੈ ਅਤੇ ਮੱਥਾ ਟੇਕ ਕਰਕੇ ਬੈਠੇ ਨੇ ਅਤੇ ਬੈਠ ਕਰਕੇ ਸਤਿਗੁਰੂ ਸਾਹਿਬ ਜੀ ਦੇ ਨਾਲ ਬਚਨ ਬਿਲਾਸ ਕਰਦੇ ਹਨ। ਵਿਪਰ ਕਰਮ ਕਾਂਡੀ ਇਮ ਕਹਿ। ਹੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ,
ਜਿਹੜੇ ਬ੍ਰਾਹਮਣ ਨੇ ਨਾ, ਕਰਮ ਕਾਂਡੀ ਨੇ, ਇਹ ਇਸ ਤਰ੍ਹਾਂ ਆਪਣੇ ਸਾਰੇ ਲੋਕਾਈ ਦੇ ਤਾਈਂ ਉਪਦੇਸ਼ ਕਰਦੇ ਹਨ। ਬਿਨ ਸੁਭ ਕਰਮ ਨਾ ਸੁਭ ਗਤ ਲਹੈ। ਸ੍ਰੇਸ਼ਟ ਕਰਮਾਂ ਤੋਂ ਬਗੈਰ ਸ੍ਰੇਸ਼ਟ ਕਲਿਆਣ, ਸ੍ਰੇਸ਼ਟ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਤਰ੍ਹਾਂ ਕਰਮ ਦੇ ਨਾਲ ਜੋੜਨਾ ਕਰਦੇ ਹਨ। ਨਿਤ ਕਰਮ ਤਰਪਣ ਗਾਇਤਰੀ। ਕਈ ਤਰ੍ਹਾਂ ਦੇ ਕਰਮ ਨੇ, ਵਿਹਿਤ ਕਰਮ, ਅਵਿਹਿਤ ਕਰਮ, ਨਿਤ ਕਰਮ, ਨਿਮਿਤ ਕਰਮ, ਪਰਾਲਬਧ ਕਰਮ, ਪ੍ਰਾਸ਼ਚਿਤ ਕਰਮ। ਇਸ ਤਰ੍ਹਾਂ ਇਹ ਕਰਨ ਦੇ ਵਿੱਚ ਬ੍ਰਾਹਮਣ ਜਿਹੜੇ ਨੇ ਉਪਦੇਸ਼ ਕਰਦੇ ਹਨ। ਸੰਧਿਆ ਪੂਜਾ ਦੇਹ ਪਵਿੱਤਰੀ। ਇਸ ਤਰ੍ਹਾਂ ਤਰਪਣ, ਗਾਇਤਰੀ ਆਦਿਕ ਕਰਦੇ ਨੇ। ਸ਼ਾਮ ਦੇ ਵੇਲੇ ਪੂਜਾ ਆਦਿਕ, ਅਰਚਨਾ ਆਦਿਕ ਕਰਨੀ ਹੈ ਤੇ ਗਾਇਤਰੀ ਮੰਤਰ ਦਾ ਜਪ ਕਰਨਾ ਆਦਿਕ। ਕਰਮ ਨਮਿਤ ਸਰਾਧ ਅਰ ਖਵਾਇਓ। ਸਰੀਰ ਦੀ ਪਵਿੱਤਰਤਾ ਆਦਿਕ ਇਹ ਤਾਂ ਨਿਤ ਕਰਮ ਨੇ। ਤੇ ਨਿਮਿਤ ਕਰਮ ਕਹਿੰਦੇ ਨੇ ਜੇ ਕੋਈ ਜੰਮ ਪਿਆ ਤੇ ਉਹਦੇ ਪ੍ਰਤੀ ਕੁਝ ਧਾਰਮਿਕ ਕਰਮ ਕਾਂਡ ਕਰਨੇ। ਜੇ ਕੋਈ ਚੜ੍ਹਾਈ ਕਰ ਗਿਆ ਤੇ 10 ਦਿਨਾਂ ਵਾਸਤੇ ਕੋਈ ਧਰਮ ਦੇ ਕੰਮ ਕਰਨੇ। ਪਾਂਡੇ ਪਤਲ 10 ਗਾਤਰ ਜੇ ਆਹੋ। ਜੇ 10 ਦਿਨ ਕੋਈ ਚੜ੍ਹਾਈ ਕਰ ਜਾਵੇ ਤੇ ਚੜ੍ਹਾਈ ਕਰਨ ਵਾਲੇ ਪ੍ਰਾਣੀ ਨਿਮਿਤ 10 ਦਿਨ ਵਾਸਤੇ ਕੋਈ ਧਾਰਮਿਕ ਕਰਮ ਕਾਂਡ ਕਰਨੇ। ਇਹ ਜਿਹੜੇ ਬ੍ਰਾਹਮਣ ਇਸ ਤਰ੍ਹਾਂ ਦਾ ਉਪਦੇਸ਼ ਕਰਦੇ ਹਨ। ਜੋ ਗਿਆਨੀ ਸੋ ਅਪਰਬ ਖਾਨੇ। ਜਿਹੜੇ ਤਾਂ ਕਰਮ ਕਾਂਡੀ ਨੇ ਉਹ ਤਾਂ ਕਰਮ ਕਰਨ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਕਰਮ ਕਰਨਾ ਚਾਹੀਦਾ ਹੈ। ਅਸਲ ਦੇ ਵਿੱਚ ਕਰਮ ਸੰਸਕ੍ਰਿਤ ਦਾ ਸ਼ਬਦ ਹੈ ਤੇ ਇਹਦਾ ਅਰਥ ਹੈ ਐਕਸ਼ਨ, ਇਹਦਾ ਅਰਥ ਹੈ ਡੀਡ। ਜਿਵੇਂ ਸਾਡੇ 5 ਕਰਮ ਇੰਦਰੀ ਨੇ ਤੇ 5 ਗਿਆਨ ਇੰਦਰੀ ਨੇ। ਜਿਹੜੇ 5 ਕਰਮ ਇੰਦਰੀ ਨੇ ਉਹ ਕੰਮ ਕਰਦੇ ਨੇ। ਜਿਵੇਂ ਅੱਖਾਂ ਵੇਖਣ ਦਾ ਕੰਮ ਕਰਦੇ ਨੇ, ਕੰਨ ਜਿਹੜੇ ਨੇ ਸੁਣਨ ਦਾ ਕੰਮ ਕਰਦੇ ਨੇ, ਜ਼ਬਾਨ ਜਿਹੜੀ ਹੈ ਬੋਲਣ ਦਾ ਕੰਮ ਕਰਦੇ ਆ। ਇਹ ਕਰਮ ਤੇ ਕਰਮ ਦਾ ਕਾਂਡ ਕੀ ਹੈ? ਕਾਂਡ ਕਹਿੰਦੇ ਨੇ ਸਾਧ ਸੰਗਤ ਜੀ ਚੈਪਟਰ ਨੂੰ, ਕਾਂਡ ਕਹਿੰਦੇ ਨੇ ਲੈਸਨ ਨੂੰ, ਕਾਂਡ ਕਹਿੰਦੇ ਨੇ ਟੌਪਿਕ ਨੂੰ। ਕਰਮ ਦਾ ਜਿਹੜਾ ਟੌਪਿਕ ਹੈ, ਜਿਹੜਾ ਚੈਪਟਰ ਹੈ, ਉਹਦੇ ਉੱਤੇ ਜ਼ੋਰ ਦਿੰਦੇ ਨੇ। ਕਰਮ ਸਾਰੇ ਧਰਮਾਂ ਦੇ ਵੱਖੋ ਵੱਖਰੇ ਨੇ। ਇਸਲਾਮ ਦੇ ਵਿੱਚ 5 ਨਮਾਜ਼, ਉਜੂ ਆਦਿ ਕਰਨਾ ਤੇ ਸਾਧ ਸੰਗਤ ਜੀ ਸੁਨਨਤ ਆਦਿਕ ਕਰਨੀ, ਇਹ ਕਰਮ ਨੇ। ਇਸਲਾਮ ਵਿੱਚ ਜੈਨ ਧਰਮ ਦੇ ਵੱਖਰੇ ਕਰਮ ਨੇ, ਬੋਧੀਆਂ ਦੇ ਵੱਖਰੋ ਵੱਖਰੇ ਕਰਮ ਨੇ, ਸੰਨਿਆਸੀਆਂ ਦੇ ਵੱਖੋ ਵੱਖਰੇ ਕਰਮ ਨੇ, ਵਿਰਾਗੀਆਂ ਦੇ ਵੱਖਰੇ ਕਰਮ ਨੇ, ਹਿੰਦੂ ਧਰਮ ਦੇ ਵੱਖੋ ਵੱਖਰੇ ਕਰਮ ਨੇ। ਸਿੱਖ ਧਰਮ ਦੇ ਜਿਹੜੇ ਕਰਮ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤਸਰ ਨਹਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿਦਿਆ ਉਠਦਿਆ ਹਰ ਨਾਮ ਧਿਆਵੇ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਇਹ ਸਤਿਗੁਰਾਂ ਦੇ ਕਰਮ ਨੇ, ਕਰਮ ਕਾਂਡ ਨੇ। ਅੰਮ੍ਰਿਤ ਵੇਲੇ ਉੱਠ ਕਰਕੇ 5 ਬਾਣੀਆਂ ਦਾ ਨਿਤਨੇਮ ਕਰਨਾ, ਕਕਾਰਾਂ ਦੀ ਰਹਿਤ ਦੇ ਵਿੱਚ ਪਰਪੱਕ ਰਹਿਣਾ ਹੈ, ਸੀਸ ਦੇ ਉੱਤੇ ਦਸਤਾਰ ਸਜਾਉਣੀ ਨੇ, ਜਿਹੜੇ 4 ਬੱਜਰ ਕੁਰਹਿਤਾ ਨੇ ਉਹਨਾਂ ਤੋਂ ਬਚ ਕੇ ਰਹਿਣਾ। ਇਹ ਸਾਡਾ ਕਰਮ ਕਾਂਡ ਹੈ, ਸਾਡਾ ਕਰਮ ਦੀ ਫਿਲਾਸਫੀ ਹੈ, ਜਿਹਦੇ 'ਤੇ ਗੁਰੂ ਦੇ ਸਿੱਖ ਨੇ ਚੱਲਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਮਹਾਰਾਜ ਕਰਮ ਕਰਨਾ ਇੰਪੋਰਟੈਂਟ ਹੈ। ਕਰਮ ਕਰਨ ਦਾ ਕੀ ਮਹੱਤਮ ਹੈ ਕਿ ਗਿਆਨ ਜਿਹੜਾ ਹੈ, ਗਿਆਨ ਜਿਵੇਂ ਸਾਧ ਸੰਗਤ ਜੀ ਧਰਮ ਗ੍ਰੰਥਾਂ ਨੂੰ ਪੜ੍ਹਨਾ, ਪੜ੍ਹ ਕਰਕੇ ਉਹਦੀ ਵਿਚਾਰ ਕਰਨੀ, ਉਹਦੇ ਅਨੁਸਾਰ ਆਪਣਾ ਜੀਵਨ ਢਾਲਣਾ। ਕੀ ਸਾਨੂੰ ਕਰਮ ਕਰਨੇ ਚਾਹੀਦੇ ਨੇ ਜਾਂ ਫਿਰ ਸਾਨੂੰ ਗਿਆਨ ਹੀ ਧਾਰਨ ਕਰਨਾ ਚਾਹੀਦਾ ਹੈ? ਕਰਮ ਸਹਿਤ ਤਨ ਮਿਥਿਆ ਮਾਨੇ। ਜਿਹੜੇ ਗਿਆਨੀ ਪੁਰਸ਼ ਨੇ, ਜਿਹੜੇ ਕਹਿੰਦੇ ਨੇ ਅਹੰ ਬ੍ਰਹਮਸਮੀ, ਅਸੀਂ ਬ੍ਰਹਮ ਹਾਂ, ਜਾਂ ਮੈਂ ਹੀ ਬ੍ਰਹਮ ਹਾਂ, ਤੂੰ ਵੀ ਬ੍ਰਹਮ ਹੈ, ਇਹ ਸਾਰਾ ਸੰਸਾਰ ਬ੍ਰਹਮ ਹੈ। ਜਿਹੜਾ ਸਾਧ ਸੰਗਤ ਜੀ ਗਿਆਨ ਦਾ ਉਪਦੇਸ਼ ਕਰਦੇ ਨੇ, ਉਹ ਕਰਮ ਦੇ ਸਹਿਤ ਸਰੀਰ ਨੂੰ ਮਿਥਿਆ ਜਾਣਦੇ ਨੇ। ਸਰੀਰ ਤਾਂ ਝੂਠਾ ਹੈ ਹੀ ਹੈ, ਪਰ ਕਰਮ ਨੂੰ ਵੀ ਝੂਠਾ ਕਹਿੰਦੇ ਨੇ। ਕਰਮ ਕਰਨ ਦੀ ਕੋਈ ਲੋੜ ਨਹੀਂ ਹੈ। ਜਿਵੇਂ ਜਿਵੇਂ ਕਰਮ ਕਰਾਂਗੇ ਤਿਵੇਂ ਤਿਵੇਂ ਹੋਰ ਬੰਧਨਾਂ ਦੇ ਵਿੱਚ ਫਸਾਂਗੇ। ਕਿਉਂਕਿ ਜਪਜੀ ਸਾਹਿਬ ਦੇ ਵਿੱਚ ਵੀ ਕਥਨ ਹੈ ਨਾ, ਆਪੇ ਬੀਜ ਆਪੇ ਹੀ ਖਾਹੋ। ਤੇ ਜੇ ਬੀਜ ਬੋਵਾਂਗੇ ਹੀ ਨਹੀਂ ਤੇ ਸਾਧ ਸੰਗਤ ਜੀ ਨਾ ਚੰਗੇ ਕਰਮ ਪੈਦਾ ਹੋਣਗੇ, ਨਾ ਹੀ ਮਾੜੇ ਕਰਮ ਕਰਾਂਗੇ, ਨਾ ਹੀ ਸਾਧ ਸੰਗਤ ਜੀ ਵਿੱਚੋਂ ਸੁੱਖ ਨਿਕਲੇਗਾ ਤੇ ਨਾ ਹੀ ਵਿੱਚੋਂ ਦੁੱਖ ਪੈਦਾ ਹੋਵੇਗਾ ਜੇ ਕਰਮ ਕਰਾਂਗੇ ਹੀ ਨਹੀਂ ਤਾਂ। ਇਸ ਕਰਕੇ ਕਰਮ ਕਰਨਾ ਛੱਡ ਦਿਓ। ਜਿਹੜਾ ਬ੍ਰਹਮ ਗਿਆਨੀ ਮਹਾਪੁਰਸ਼ ਹੈ ਉਹ ਸਾਧ ਸੰਗਤ ਜੀ ਪਾਪ ਕਰਦਾ ਨਹੀਂ।
ਸਾਧ ਸੰਗਤ ਜੀ ਪੁੰਨ ਹੀ ਕਰਦਾ ਹੈ, ਪਰਉਪਕਾਰ ਹੀ ਕਰਦਾ ਹੈ, ਅਤੇ ਨਾ ਉਹਦੇ ਮਨ 'ਚ ਪੁੰਨ ਦੀ ਇੱਛਾ ਹੁੰਦੀ ਹੈ ਅਤੇ ਪਾਪ ਉਹ ਕਰਦਾ ਨਹੀਂ। ਅਚਨਚੇਤ ਭੁੱਲ ਭੁਲੇਖੇ ਕੋਈ ਪਾਪ ਹੋ ਜਾਵੇ ਤਾਂ ਮਹਾਂਪੁਰਸ਼ਾਂ ਦੀ ਨਿੰਦਿਆ ਕਰਨ ਵਾਲੇ ਉਹਦਾ ਪਾਪ ਦਾ ਭਾਰ ਸਾਫ਼ ਕਰ ਲੈਂਦੇ ਨੇ, ਲੈ ਲੈਂਦੇ ਨੇ। ਅਤੇ ਜਿਹੜੇ ਸਾਧ ਸੰਗਤ ਜੀ ਸੇਵਾ ਕਰਨ ਵਾਲੇ ਹੁੰਦੇ ਨੇ ਮਹਾਂਪੁਰਸ਼ਾਂ ਦੀ, ਉਹ ਮਹਾਂਪੁਰਖਾਂ ਦੇ ਪੁੰਨ ਲੈ ਲੈਂਦੇ ਨੇ। ਇਸ ਤਰ੍ਹਾਂ ਪਾਪ ਪੁੰਨ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਭਗਤ ਕਬੀਰ ਜੀ ਕਹਿੰਦੇ ਨੇ, ਨਾ ਸਾਨੂੰ ਪੁੰਨ ਲੱਗਦਾ ਹੈ, ਨਾ ਸਾਨੂੰ ਪਾਪ ਲੱਗਦਾ ਹੈ। ਜਿਵੇਂ ਪਰਮਾਤਮਾ ਨੂੰ ਪਾਪ ਨਹੀਂ ਲੱਗਦਾ, ਪੁੰਨ ਨਹੀਂ ਲੱਗਦਾ, ਸੰਸਾਰ ਦੀ ਉਤਪੱਤੀ ਕਰਦਾ ਹੈ ਤਾਂ ਵੀ ਉਹਨੂੰ ਕੋਈ ਪੁੰਨ ਨਹੀਂ ਲੱਗਦਾ, ਅਤੇ ਜੇ ਸੰਸਾਰ ਨੂੰ ਮਾਰ ਦੇਵੇ, ਮੁਕਾ ਦੇਵੇ, ਤਾਂ ਵੀ ਪਰਮਾਤਮਾ ਨੂੰ ਪਾਪ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਪਾਪ ਅਤੇ ਪੁੰਨ ਤੋਂ ਗਿਆਨੀ ਜਿਹੜੇ ਨੇ ਉਹ ਨਿਰਲੇਪ ਰਹਿੰਦੇ ਹਨ। ਗਿਆਨ ਬਿਨਾ ਗਤ ਪਾਏ ਨਾ ਕੋਈ। ਕਹਿੰਦੇ ਹੈ ਸਤਿਗੁਰੂ ਸਾਹਿਬ ਜੀ, ਗਿਆਨ ਤੋਂ ਬਗੈਰ ਕਿਸੇ ਦਾ ਛੁਟਕਾਰਾ ਨਹੀਂ ਹੁੰਦਾ ਹੈ। ਜਿਵੇਂ ਗਿਆਨੀ ਜਿਹੜੇ ਨੇ ਉਹ ਕਰਮ ਦਾ ਇਸ ਤਰ੍ਹਾਂ ਖੰਡਨ ਕਰਦੇ ਨੇ, ਜਿਵੇਂ ਛੱਤ 'ਤੇ ਚੜ੍ਹਨਾ ਹੋਵੇ ਅਤੇ ਸਾਧ ਸੰਗਤ ਜੀ ਕੋਠੇ 'ਤੇ ਚੜ੍ਹਨ ਵਾਸਤੇ ਬੰਦਾ ਜਿਹੜਾ ਹੈ ਪੌੜੀਆਂ ਦਾ ਇਸਤੇਮਾਲ ਕਰਦਾ ਹੈ, ਪਰ ਜਦੋਂ ਇੱਕ ਵਾਰੀ ਪੌੜੀ 'ਤੇ ਦਰਖਤ 'ਤੇ ਸਾਧ ਸੰਗਤ ਚੜ੍ਹ ਗਿਆ, ਕੋਠੇ 'ਤੇ ਚੜ੍ਹ ਗਿਆ, ਉਸ ਤੋਂ ਬਾਅਦ ਉਹਨੂੰ ਪੌੜੀ ਦੀ ਲੋੜ ਨਹੀਂ ਜੇ ਹੁੰਦੀ। ਇਸੀ ਤਰ੍ਹਾਂ ਇੱਕ ਵਾਰੀ ਗਿਆਨ ਪ੍ਰਾਪਤ ਹੋ ਗਿਆ, ਫਿਰ ਉਹਨੂੰ ਸਾਧ ਸੰਗਤ ਜੀ ਕਰਮ ਕਰਨ ਦੀ ਲੋੜ ਨਹੀਂ ਜੇ ਹੁੰਦੀ। ਜਿਵੇਂ ਬਾਬਾ ਬੁੱਢਾ ਜੀ ਨੇ ਬਚਨ ਕੀਤਾ ਸੀ ਨਾ, ਇਸ਼ਨਾਨ ਕਰਨਾ ਛੱਡ ਦਿੱਤਾ ਸੀ। ਗੁਰਸਿੱਖਾਂ ਨੇ ਆ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲ ਆ ਕਰਕੇ ਬੇਨਤੀ ਕੀਤੀ, ਹੇ ਸਤਿਗੁਰੂ ਸਾਹਿਬ ਜੀ, ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ, ਮਹਾਂਪੁਰਸ਼ ਨੇ, ਗੁਰਸਿੱਖਾਂ ਦੀ ਅਵਧੀ ਨੇ, ਐਡੇ ਵੱਡੇ ਗੁਰਮੁਖ ਨੇ, ਪਰ ਉਹ ਇਸ਼ਨਾਨ ਨਹੀਂ ਕਰਦੇ। ਅਤੇ ਜਦੋਂ ਸਾਧ ਸੰਗਤ ਜੀ ਸ਼ਿਕਾਇਤ ਲੱਗੀ, ਸਤਿਗੁਰਾਂ ਨੇ ਆਪ ਬਾਬਾ ਬੁੱਢਾ ਜੀ ਕੋਲ ਜਾ ਕਰਕੇ ਬਚਨ ਕੀਤਾ ਕਿ ਬਾਬਾ ਜੀ ਕੀ ਗੱਲ ਹੈ, ਇਸ਼ਨਾਨ ਨਹੀਂ ਕਰਦੇ। ਅਤੇ ਬਾਬਾ ਬੁੱਢਾ ਜੀ ਮੁਸਕਰਾਏ, ਕਹਿੰਦੇ ਸਤਿਗੁਰੂ ਜੀ ਆਪ ਜੀ ਦੀ ਇੰਨੀ ਕਿਰਪਾ ਹੈ ਕਿ ਇਸ਼ਨਾਨ ਕਰਨ ਦੀ ਲੋੜ ਹੀ ਨਹੀਂ ਜੇ, ਇੰਨੀ ਆਪ ਜੀ ਦੀ ਕਿਰਪਾ ਹੈ। ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਮੁਸਕਰਾਏ ਅਤੇ ਮੁਸਕਰਾ ਕੇ ਕਹਿੰਦੇ ਨੇ, ਬਾਬਾ ਜੀ ਸਾਡੇ ਵੱਲ ਵੀ ਤਾਂ ਵੇਖੋ ਨਾ, ਜੇ ਅਸੀਂ ਇਸ਼ਨਾਨ ਕਰਦੇ ਹਾਂ, ਸਾਡੇ ਪਾਸੋਂ ਹੀ ਤੁਹਾਨੂੰ ਸਾਰੀਆਂ ਦਾਤਾਂ ਪ੍ਰਾਪਤ ਹੋਈਆਂ ਨੇ, ਅਤੇ ਜੇ ਅਸੀਂ ਇਸ਼ਨਾਨ ਕਰਦੇ ਹਾਂ ਫਿਰ ਤੁਸੀਂ ਕਿਉਂ ਨਹੀਂ ਇਸ਼ਨਾਨ ਕਰਦੇ ਹੋ? ਜੇ ਆਪਾਂ ਇਸ਼ਨਾਨ ਨਹੀਂ ਕਰਾਂਗੇ, ਇਸ਼ਨਾਨ ਕਰਨ ਦੀ ਲੋੜ ਨਹੀਂ। ਸਾਰੇ ਨਵੇਂ ਛਿੱਦਰ ਜਿਹੜੇ ਨੇ ਨਾਮ ਜਪਣ ਵਾਲਿਆਂ ਦੇ ਪਵਿੱਤਰ ਹੋ ਜਾਂਦੇ ਨੇ, ਇਹਨਾਂ ਨੂੰ ਇਸ਼ਨਾਨ ਦੀ ਲੋੜ ਨਹੀਂ ਜੇ ਰਹਿ ਜਾਂਦੀ। ਪਰ ਫਿਰ ਵੀ ਜਿਹੜੀ ਦੁਨੀਆ ਵੇਖਦੀ ਹੈ ਨਾ ਸਾਡੇ ਵੱਲ, ਇਹਨਾਂ ਨੇ ਸਾਡੇ ਪਾਸੋਂ ਹੀ ਪ੍ਰੇਰਨਾ ਲੈਣੀ ਹੁੰਦੀ ਹੈ, ਮੋਟੀਵੇਸ਼ਨ ਲੈਣੀ ਹੁੰਦੀ ਹੈ। ਇਸ ਕਰਕੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਿਆ ਕਰੋ, ਤਾਂ ਕਿ ਹੋਰ ਜਿਹੜੇ ਗੁਰਸਿੱਖ ਸੰਗਤਾਂ ਨੇ ਆਪ ਜੀ ਵੱਲ ਵੇਖ ਕਰਕੇ ਅੰਮ੍ਰਿਤ ਵੇਲੇ ਵਿੱਚ ਦ੍ਰਿੜ ਹੋਣਗੀਆਂ। ਇਸ ਤਰ੍ਹਾਂ ਸਾਧ ਸੰਗਤ ਜੀ ਕਰਮ ਦੀ ਲੋੜ ਨਹੀਂ ਹੁੰਦੀ ਗਿਆਨੀ ਨੂੰ, ਪਰ ਲੋਕ ਵਿਖਾਉਣ ਵਾਸਤੇ, ਲੋਕਾਚਾਰੀ ਕਰਨ ਵਾਸਤੇ, ਵਿਵਹਾਰ ਸੰਸਾਰ ਵਿੱਚ ਰਹਿਣ ਵਾਸਤੇ ਸਰੀਰ ਦੇ ਕਰਮ ਕਰਨੇ ਜ਼ਰੂਰੀ ਹੈ। ਉਹਨਾਂ ਨੂੰ ਲੋੜ ਨਹੀਂ ਸੌਣ ਦੀ, ਪਰ ਫਿਰ ਵੀ ਸਾਧ ਸੰਗਤ ਜੀ ਸਰੀਰ ਨੂੰ ਆਰਾਮ ਕਰਨ ਵਾਸਤੇ ਸੌਂਦੇ ਨੇ। ਉਹਨਾਂ ਨੂੰ ਕੋਈ ਲੋੜ ਨਹੀਂ ਰੋਟੀ ਖਾਣ ਦੀ, ਉਹਨਾਂ ਨੂੰ ਭੁੱਖ ਨਹੀਂ ਲੱਗਦੀ। ਨਾਮ ਜਪਣ ਵਾਲਿਆਂ ਨੂੰ ਕੋਈ ਭੁੱਖ ਨਹੀਂ ਲੱਗਦੀ, ਪਰ ਸਾਧ ਸੰਗਤ ਜੀ ਸਰੀਰ ਦਾ ਜਿਹੜਾ ਧਰਮ ਹੈ ਨਾ, ਉਹਨੂੰ ਨਿਭਾਉਣ ਵਾਸਤੇ ਉਹ ਸਾਧ ਸੰਗਤ ਜੀ ਅੱਧਾ ਪ੍ਰਸ਼ਾਦਾ ਛਕਦੇ ਹੀ ਛਕਦੇ ਆ, ਜਲ ਗ੍ਰਹਿਣ ਕਰਦੇ ਹੀ ਕਰਦੇ ਆ। ਉਹ ਚਾਹੁਣ ਤੇ ਸਿਰਫ ਸਾਹਾਂ ਦੇ ਆਸਰੇ ਹੀ ਆਪਣਾ ਸਰੀਰ ਕਿੰਨੇ ਸਾਲ ਚਲਾਉਣ, ਪਰ ਫਿਰ ਵੀ ਸਾਧ ਸੰਗਤ ਜੀ ਜਿਹੜੀ ਮਰਿਆਦਾ ਹੈ ਇਸ ਧਰਤੀ ਦੇ ਵਿੱਚ ਜਿਹੜਾ ਜੰਮ ਕਰਕੇ ਆਇਆ ਹੈ, ਉਹਨੂੰ ਸਾਧ ਸੰਗਤ ਜੀ ਸਰੀਰ ਦੀ ਮਰਿਆਦਾ ਵਿੱਚ, ਧਰਮ ਵਿੱਚ ਚੱਲਣਾ ਪੈਂਦਾ ਹੈ। ਇਸ ਕਰਕੇ ਹੀ ਸਤਿਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਵੀ ਕਰਦੇ ਨੇ, ਨਿਤਨੇਮ ਵੀ ਕਰਦੇ ਨੇ, ਧਿਆਨ ਵਿੱਚ ਵੀ ਬੈਠਦੇ ਨੇ, ਘੋੜ ਸਵਾਰੀ ਵੀ ਕਰਦੇ ਨੇ, ਜੰਗ ਯੁੱਧ ਵੀ ਕਰਦੇ ਨੇ, ਗੁਰਸਿੱਖਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਦੇ ਨੇ, ਸਾਰੇ ਕਰਮ ਕਰਦੇ ਨੇ, ਪਰ ਅੰਦਰੋਂ ਗਿਆਨ ਦੇ ਨਾਲ ਐਨ ਬਿਨ ਲਬਾ ਲਬ ਹਿਰਦਾ ਜਿਹੜਾ ਹੈ ਸਮੁੰਦਰ ਦੇ ਵਾਂਗ ਭਰਿਆ ਹੋਇਆ ਹੈ। ਰੰਚਕ ਮਾਤਰ ਵੀ ਸਾਧ ਸੰਗਤ ਜੀ ਡੁਲਾਏ ਮਨ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਦਾ ਪ੍ਰਕਾਸ਼ ਪੂਰਾ ਪ੍ਰਕਾਸ਼ ਹੈ, ਪੂਰਾ ਚਾਨਣ ਹੈ, ਅੰਦਰ ਪੂਰਾ ਗਿਆਨ ਹੈ, ਪਰ ਲੋਕ ਸੰਸਾਰ ਦਾ ਵਿਵਹਾਰ ਕਰਨ ਵਾਸਤੇ ਕਰਮ ਨੂੰ ਅਪਣਾਉਂਦੇ ਨੇ।
ਸਤਿਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਨੇ, ਮਹਾਰਾਜ ਗਿਆਨ ਤੋਂ ਬਗੈਰ ਮੁਕਤੀ ਨਹੀਂ ਪ੍ਰਾਪਤ ਹੁੰਦੀ। ਵੇਦ ਨੇਮ ਕਰ ਉਚਰੈ ਸੋਈ। ਬ੍ਰਾਹਮਣ ਕਹਿੰਦੇ ਨੇ ਵੇਦਾਂ ਦਾ ਨੇਮ ਕਰਨਾ, ਨਿਯਮ ਕਰਨਾ, ਨਿਯਮ ਦੇ ਨਾਲ, ਨਿਤਨੇਮ ਦੇ ਨਾਲ ਵੇਦਾਂ ਦਾ ਪਾਠ ਉਚਾਰਨ ਕਰਦੇ ਹਨ। ਹਮ ਕਿਸ ਗ੍ਰਹਿਣ ਕਰੈ ਹਿਤ ਧਾਰ। ਇਹ ਸਤਿਗੁਰੂ ਸਾਹਿਬ ਜੀ, ਹੁਣ ਆਪ ਜੀ ਕਿਰਪਾ ਕਰੋ, ਅਸੀਂ ਕਰਮ ਫਿਲਾਸਫੀ ਨੂੰ ਮੰਨੀਏ ਕਿ ਗਿਆਨ ਦੇ ਵਾਲੇ ਪਾਸੇ ਚਲੀਏ। ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੇ ਧਰਮ ਗ੍ਰੰਥ ਨੇ ਅਤੇ ਬਹੁਤ ਸਾਰੇ ਧਰਮ ਗ੍ਰੰਥਾਂ ਦਾ ਵੱਖੋ ਵੱਖਰਾ ਸਾਧ ਸੰਗਤ ਜੀ ਸਿਧਾਂਤ ਹੈ। ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਸਿਧਾਂਤ ਹੈ ਨਾ, ਇਹ ਗਿਆਨ ਸਹਿਤ ਭਗਤੀ ਦਾ ਹੈ। ਜਿੱਥੇ ਗੁਰਸਿੱਖ ਦਾ ਇੱਕ ਪੰਖ ਸੇਵਾ ਹੈ ਅਤੇ ਦੂਸਰਾ ਪੰਖ ਸਾਧ ਸੰਗਤ ਜੀ ਸਿਮਰਨ ਹੈ। ਸੇਵਾ ਤੋਂ ਬਗੈਰ ਸਿਮਰਨ ਕਰਨ ਵਾਲਿਆਂ 'ਚ ਹੰਕਾਰ ਪੈਦਾ ਹੁੰਦਾ ਹੈ। ਸਿਮਰਨ ਤੋਂ ਬਗੈਰ ਸੇਵਾ ਸਾਧ ਸੰਗਤ ਜੀ ਫਲੀਭੂਤ ਨਹੀਂ ਜੇ ਹੁੰਦੀ। ਇਹ ਦੋਵੇਂ ਇੱਕ ਦੂਜੇ ਦੇ ਪੂਰਕ ਨੇ। ਸੇਵਾ ਤੋਂ ਬਗੈਰ ਸਿਮਰਨ ਨਹੀਂ ਅਤੇ ਸਿਮਰਨ ਤੋਂ ਬਗੈਰ ਸੇਵਾ ਨਹੀਂ, ਅਤੇ ਸੇਵਾ ਸਿਮਰਨ ਕਰਕੇ ਹੀ ਗਿਆਨ ਪ੍ਰਾਪਤ ਹੁੰਦਾ ਹੈ। ਸਿਰੀ ਮੁਖ ਤੇ ਤਬ ਕੀਨ ਉਚਾਰ। ਸੁਭਾਇਮਾਨ ਮੁਖੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਫਿਰ ਬਚਨ ਕੀਤੇ। ਜਿਮ ਦੁਬਾਸੀਆ ਬੀਚ ਜਹਾਜ। ਹੁਣ ਸਾਧ ਸੰਗਤ ਜੀ ਜਵਾਬ ਦੇਣ ਲੱਗੇ ਨੇ। ਉਦਾਹਰਨ ਰੂਪ ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਨੇ, ਕਹਿੰਦੇ ਨੇ ਜਿਵੇਂ ਜਹਾਜ਼ਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਵੱਖੋ ਵੱਖਰੇ ਦੇਸ਼ਾਂ ਤੋਂ ਲੋਕ ਆਉਂਦੇ ਨੇ ਅਤੇ ਆਪਣਾ ਵਪਾਰ ਕਰਦੇ ਨੇ, ਅਤੇ ਜਿਹੜਾ ਦੁਭਾਸ਼ੀਆ ਹੁੰਦਾ ਹੈ, ਦਲਾਲ ਹੁੰਦਾ ਹੈ, ਉਹ ਇਸ ਦੇਸ਼ ਦੀ ਵੀ ਭਾਸ਼ਾ ਜਾਣਦਾ ਹੈ ਅਤੇ ਉਸ ਦੇਸ਼ ਦੀ ਵੀ ਭਾਸ਼ਾ ਜਾਣਦਾ ਹੈ। ਇਸ ਕਰਕੇ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਉਹ ਗਿਆਨ ਹੋਣ ਦੇ ਬਾਵਜੂਦ ਵੀ ਸਿਮਰਨ ਕਰਨਾ ਚਾਹੀਦਾ ਹੈ। ਅਤੇ ਜਿਹੜੇ ਕਰਮ ਕਾਂਡੀ ਨੇ, ਕਰਮ ਕਰਨ 'ਤੇ ਜ਼ੋਰ ਦਿੰਦੇ ਨੇ, ਉਹਨਾਂ ਕਰਮ ਕਾਂਡੀਆਂ ਨੂੰ ਵੀ ਸਾਧ ਸੰਗਤ ਜੀ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ, ਤਾਂ ਕਿ ਉਹਨਾਂ ਦੇ ਕੀਤੇ ਹੋਏ ਕਰਮ ਸਫਲੇ ਹੋਣ, ਤਾਂ ਕਿ ਪ੍ਰਾਪਤ ਹੋਇਆ ਉਹ ਗਿਆਨ ਜਿਹੜਾ ਹੈ ਉਹ ਸਫਲਾ ਹੋਵੇ। ਇਸ ਕਰਕੇ ਜਿਹੜਾ ਸੇਵਾ ਸਿਮਰਨ ਕਰਨਾ ਹੈ ਇਹ ਦੋਹਾਂ ਨੂੰ ਜੋੜਦਾ ਹੈ। ਦੇਤੀ ਕਰਾਏ ਬਨਜ ਕੋ ਕਾਜ। ਉਹ ਜਿਹੜਾ ਦੁਭਾਸ਼ੀਆ ਹੈ, ਦਲਾਲ ਹੈ, ਦੋਵਾਂ ਦੇ ਕੰਮ ਜਿਹੜੇ ਨੇ ਸਵਾਰ ਦਿੰਦਾ ਹੈ। ਤਿਮ ਸਤ ਨਾਮ ਮਹਾ ਅਬਰਾਮ। ਇਸ ਤਰ੍ਹਾਂ ਜਾਣਨਾ ਕਰੋ, ਜਿਹੜਾ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਹੈ ਇਹ ਸਾਰੇ ਕਰਮਾਂ ਧਰਮਾਂ ਨਾਲੋਂ ਸ੍ਰੇਸ਼ਟ ਹੈ, ਸੁੰਦਰ ਹੈ। ਦੋਨੋਂ ਕੋ ਗਤ ਦੇ ਸੁਖ ਧਾਮ। ਨਾਮ ਜਪਣ ਵਾਲਾ ਭਾਵੇਂ ਕਰਮ ਕਾਂਡੀ ਹੋਵੇ ਉਹਦੀ ਵੀ ਕਲਿਆਣ ਹੋਵੇਗੀ, ਅਤੇ ਜਿਹੜਾ ਗਿਆਨੀ ਹੋਵੇ ਉਹਦਾ ਵੀ ਛੁਟਕਾਰਾ ਹੋਵੇਗਾ। ਪਰ ਜੇ ਨਾਮ ਨਾ ਜਪਦਾ ਹੋਵੇ, ਸਿਰਫ ਸਾਧ ਸੰਗਤ ਜੀ ਹਾਥੀ ਮਾਂਜੀ ਜਾਣੇ ਨੇ, ਕੱਪੜੇ ਧੋਈ ਜਾਣੇ ਨੇ, ਆਹ ਜੂਠਾ ਹੋ ਗਿਆ, ਉਹ ਜੂਠਾ ਹੋ ਗਿਆ, ਨਾਮ ਜਪਣਾ ਨਹੀਂ, ਫਿਰ ਸਾਧ ਸੰਗਤ ਜੀ ਜਿਵੇਂ ਏਕਾ ਨਾ ਲਾਇਆ ਹੋਵੇ ਅਤੇ 0 ਲਿਖੀ ਜਾਵੇ, ਬੰਦਾ ਸਿਰਫੀਆਂ ਪਾਈ ਜਾਵੇ, ਉਹ 0 ਦਾ ਕੋਈ ਮਤਲਬ ਨਹੀਂ ਹੁੰਦਾ ਜੇ ਏਕਾ ਨਾ ਲਾਵੇ। ਇਸੇ ਕਰਕੇ ਇੱਕ ਕੀ ਹੈ? ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਅਤੇ ਜਿੰਨੇ ਵੀ ਰਹਿਤਾਂ ਬਹਿਤਾਂ ਨੇ, ਜਿੰਨੇ ਵੀ ਕਰਮ ਕਾਂਡ ਨੇ, ਧਰਮ ਗ੍ਰੰਥ ਨੇ, ਜੋ ਵੀ ਗਿਆਨ ਧਿਆਨ ਹੈ, ਇਹ ਇਸ ਤਰ੍ਹਾਂ ਹੈ ਜਿਵੇਂ ਏਕੇ ਦੇ ਪਿੱਛੋਂ ਆਪਾਂ 0 ਲਾਈ ਜਾਵਾਂਗੇ। ਜਿੰਨੇ 0 ਲਾਵਾਂਗੇ ਉਨੀ ਏਕੇ ਦੀ ਗਿਣਤੀ ਜਿਹੜੀ ਹੈ ਉਹਦੀ ਕੀਮਤ ਜਿਹੜੀ ਹੈ ਵੱਧ ਜਾਣੀ ਹੈ। ਇਸ ਕਰਕੇ ਸਾਧ ਸੰਗਤ ਜੀ ਨਾਮ ਸਿਰੋਮਣ ਸਰਬ ਮੈਂ, ਸਾਰੇ ਕਰਮਾਂ ਧਰਮਾਂ ਨਾਲੋਂ ਪਰਮਾਤਮਾ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ। ਨਿਰਗੁਣ ਸਰਗੁਣ ਨਾਮ ਜੋ ਵਾਹਿਗੁਰੂ ਤਿਨ ਮੇਰ, ਸਭ ਤੇ ਉੱਚਾ ਜਾਣੀਏ ਲੇਤ ਨ ਕੀਜੈ ਦੇਰ। ਸਾਰੇ ਧਰਮਾਂ ਨਾਲੋਂ, ਸਾਰੇ ਕਰਮਾਂ ਨਾਲੋਂ ਵਾਹਿਗੁਰੂ ਦਾ ਨਾਮ ਸਭ ਤੋਂ ਸ੍ਰੇਸ਼ਟ ਹੈ, ਜਾਣਨਾ ਕਰੋ। ਗਿਆਨੀ ਕੇ ਨਿਤ ਹੋਏ ਸਹਾਏ। ਜਿਹੜਾ ਗਿਆਨੀ ਪੁਰਸ਼ ਹੈ ਨਾਮ ਉਹਨੂੰ ਵੀ ਸਹਾਇਤਾ ਦਿੰਦਾ ਹੈ। ਦ੍ਰਿੜ ਰਾਖਤ ਹੈ ਗਿਆਨ ਬਨਾਏ। ਗਿਆਨ ਨੂੰ ਟਿਕਾ ਕੇ ਰੱਖਦਾ ਹੈ। ਜੇ ਨਾਮ ਜਪਣ ਵਾਲਾ ਗਿਆਨੀ ਹੋਵੇ ਤਾਂ ਗਿਆਨ ਉਹਦੇ ਹਿਰਦੇ 'ਚ ਟਿਕਿਆ ਰਹਿੰਦਾ ਹੈ। ਅਹੰ ਬ੍ਰਹਮ ਇਹ ਬ੍ਰਿਤ ਸਦੀਵਾ। ਜਿਹੜਾ ਅਹੰ ਬ੍ਰਹਮ ਅਸਮੀ ਹੈ, ਮੈਂ ਹੀ ਬ੍ਰਹਮ ਹੈ, ਉਹਦੇ ਅੰਦਰ ਹੀ ਹਿਰਦੇ ਵਿੱਚ ਹੀ ਸਾਧ ਸੰਗਤ ਜੀ ਪਰਮਾਤਮਾ ਦਾ ਸਾਖਸ਼ਾਤਕਾਰ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਬਿਰਤੀ ਜਿਹੜੀ ਹੈ ਟਿੱਕੀ ਰਹਿੰਦੀ ਹੈ, ਹਿਲ ਜੁਲ ਨਹੀਂ ਹੁੰਦੀ। ਜਿੰਨੇ ਮਰਜ਼ੀ ਦੁੱਖ ਆ ਜਾਣ ਮਨ ਵਿਚਲਿਤ ਨਹੀਂ ਹੁੰਦਾ। ਜਿੰਨੇ ਮਰਜ਼ੀ ਬਾਹਰਲੇ ਪਾਸੇ ਰੌਲੇ ਰੱਪੇ ਪੈਣ ਫਿਰ ਵੀ ਮਨ ਡਿਸਟਰਬ ਨਹੀਂ ਹੁੰਦਾ, ਮਨ ਐਂ ਟਿਕਿਆ ਰਹਿੰਦਾ ਹੈ। ਵਿਸਰ ਨਾ ਦੇਤ ਪਰ ਪੱਕੈ ਥੀਵਾ। ਨਾਮ ਜਪਣ ਦੇ ਨਾਲ ਗਿਆਨ ਹਿਰਦੇ ਦੇ ਵਿੱਚੋਂ ਵਿਸਰਦਾ ਨਹੀਂ ਹੈ।
ਗਿਆਨ ਦ੍ਰਿੜ ਹੋ ਜਾਂਦਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਕਿਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਦੇ ਨਾਲ ਵੀ ਨਾਮ ਜਪਦੇ ਨੇ ਅਤੇ ਜ਼ਬਾਨ ਦੇ ਨਾਲ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਉਹਨਾਂ ਦਾ ਗਿਆਨ ਪਰਪੱਕ ਹੋ ਜਾਂਦਾ ਹੈ, ਉਹਨਾਂ ਦੇ ਗਿਆਨ 'ਚ ਢਿਲਿਆਈ ਨਹੀਂ ਹੁੰਦੀ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਮੁੱਲ ਤੋਂ ਰਹਿਤ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਕਰਮ ਕਾਂਡੀ ਕੋ ਕਰ ਨਿਸਕਾਮ, ਜਿਹੜਾ ਕਰਮ ਕਰਦਾ ਹੈ ਨਾ ਵੀ ਇੰਨੇ ਪਾਠ ਕਰਾਂਗੇ ਤਾਂ ਆਹ ਫਲ ਪ੍ਰਾਪਤ ਹੋਵੇਗਾ, ਅਖੰਡ ਪਾਠ ਧਰਾਂਗੇ ਤਾਂ ਆਹ ਇੱਛਾ ਪੂਰੀ ਹੋਵੇਗੀ। ਮਹਾਰਾਜ ਕਹਿੰਦੇ ਕਰਮ ਕਰ ਪਰ ਨਿਸ਼ਕਾਮ ਹੋ ਕਰਕੇ, ਬਗੈਰ ਕਿਸੇ ਤਰ੍ਹਾਂ ਦੀ ਇੱਛਾ ਰੱਖੇ ਤੋਂ ਬਗੈਰ ਕਰਮਾਂ ਨੂੰ ਕਰਨਾ ਚਾਹੀਦਾ ਹੈ। ਇਹ ਨਹੀਂ ਵੀ ਇੱਕ ਮਹੀਨਾ ਗੁਰੂ ਘਰ ਝਾੜੂ ਮਾਰਿਆ ਅਤੇ ਬਹੁਤ ਸਾਰੀਆਂ ਇੱਛਾਵਾਂ ਰੱਖ ਲਈਆਂ ਕਿ ਮਹਾਰਾਜ 1 ਮਹੀਨਾ ਸੇਵਾ ਕੀਤੀ ਹੈ, ਆਹ ਵੀ ਇੱਛਾ ਪੂਰੀ ਕਰ ਦਿਓ, ਉਹ ਵੀ ਇੱਛਾ ਪੂਰੀ ਕਰ ਦਿਓ। ਸਿਰਫ ਤੇ ਸਿਰਫ ਮੰਗੀ ਜਾਣਾ ਮੰਗੀ ਜਾਣਾ, ਇਸ ਤਰ੍ਹਾਂ ਨਹੀਂ। ਕਰਮ ਕਰਤ ਹੋਵੇ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਰਮ ਕਰਦਿਆਂ ਹੋਇਆਂ ਸੇਵਾ ਕਰਦਿਆਂ ਹੋਇਆਂ ਨਿਸ਼ਕਾਮਤਾ ਦਾ ਭਾਵ ਹੋਣਾ ਚਾਹੀਦਾ ਹੈ। ਮਨ ਦੇ ਵਿੱਚ ਇਹ ਫੁਰਨਾ ਹੋਣਾ ਚਾਹੀਦਾ, ਸਤਿਗੁਰੂ ਸਾਹਿਬ ਜੀ ਕੇਵਲ ਤੇ ਕੇਵਲ ਆਪ ਜੀ ਦੇ ਦਰਸ਼ਨ ਚਾਹੀਦੇ ਨੇ, ਹੋਰ ਕਿਸੇ ਤਰ੍ਹਾਂ ਦੀ ਕੋਈ ਇੱਛਾ ਹੈ ਨਹੀਂ। ਅੰਤਹਿ ਕਰਣ ਬਿਮਲ ਅਬਰਾਮ, ਨਿਸ਼ਕਾਮ ਕਰਮ ਕਰਨ ਦੇ ਨਾਲ, ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਸਿਮਰਨ ਕਰਨ ਦੇ ਨਾਲ ਮਨ ਦਾ ਜਿਹੜਾ ਅੰਤਸ਼ਕਰਨ ਹੈ ਉਹ ਸ਼ੁੱਧ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਬ੍ਰਹਮ ਗਿਆਨ ਕੀ ਪ੍ਰਾਪਤ ਕਰੈ, ਫਿਰ ਸ੍ਰੇਸ਼ਟ ਜਿਹੜਾ ਗਿਆਨ ਹੈ ਉਸ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਕਤ ਵਿਸਾਲ ਨਾਮ ਪ੍ਰਭ ਤਰੈ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਦੇ ਨਾਮ 'ਚ ਬਹੁਤ ਸਾਰੀਆਂ ਸ਼ਕਤੀਆਂ ਨੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਪਰਮਾਤਮਾ ਦੇ ਨਾਮ ਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਹਨ, ਸ਼ਕਤੀਆਂ ਹਨ। ਤਾਂ ਤੇ ਤੁਮ ਹੋ ਵਾਹਿਗੁਰੂ ਨਾਮ, ਇਸ ਕਰਕੇ ਹੇ ਗੁਰਸਿੱਖੋ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਵਾਹਿਗੁਰੂ, ਸਿਮਰਨ ਕਰਹੁ ਲਹੋ ਸੁਖ ਧਾਮ। ਉਹ ਵਾਹਿਗੁਰੂ ਦਾ ਨਾਮ ਵਾਰ-ਵਾਰ ਸਿਮਰਨ ਕਰਨਾ ਕਰੋ। ਇਹ ਜਿਹਦੇ ਕਰਕੇ ਕੀ ਪ੍ਰਾਪਤ ਹੋਵੇਗਾ, ਕਿੰਨੇ ਸੁਖ ਧਾਮ, ਸੁੱਖਾਂ ਦਾ ਘਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਦੀ ਪ੍ਰਾਪਤੀ ਹੋਵੇਗੀ। ਸੱਚਖੰਡ ਵਸੈ ਨਿਰੰਕਾਰ ਦੀ ਪ੍ਰਾਪਤੀ ਹੋਵੇਗੀ। ਸੁਨ ਤਿਨ ਗੁਰ ਤੇ ਨਾਮ ਸੰਭਾਰਾ, ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਸੋਂ ਸ੍ਰੇਸ਼ਟ ਨਾਮ ਜਪਣ ਦਾ ਉਪਦੇਸ਼ ਲੈ ਕਰਕੇ ਗੁਰਸਿੱਖ ਜਿਹੜੇ ਨੇ ਨਾਮ ਜਪਣ ਲੱਗ ਪਏ। ਅੰਤ ਪਰਮ ਪਦ ਲਹਿਓ ਸੁਖਾਰਾ, ਤੇ ਅਖੀਰ ਦੇ ਵੇਲੇ ਸਾਰੀ ਜ਼ਿੰਦਗੀ ਨਾਮ ਜਪਦੇ ਰਹੇ ਤੇ ਅਖੀਰ ਦੇ ਵੇਲੇ ਸੌਖੇ ਹੀ ਪ੍ਰਾਣ ਤਿਆਗ ਕਰਕੇ ਪਰਮਾਤਮਾ ਦੇ ਦਰਗਾਹ ਦੇ ਵਿੱਚ ਗਏ ਹਨ। ਇੱਕ ਗੜੀਅਲ ਅਰ ਮਥੁਰਾ ਦਾਸ, ਇੱਕ ਗੜੀਅਲ ਤੇ ਇੱਕ ਮਥੁਰਾ ਦਾਸ, ਦੋ ਗੁਰਸਿੱਖ ਆਏ ਦਰਸ ਕਿਨੋ ਗੁਰ ਪਾਸ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ, ਮੱਥਾ ਟੇਕਿਆ ਹੈ। ਢੋਵਹਿ ਪੋਟ ਕਿਰਤ ਇਹ ਧਰੈ, ਕਿਰਤ ਕੀ ਕਰਦੇ ਨੇ, ਇੱਕ ਪਾਸਿਓਂ ਸਮਾਨ ਲੱਦ ਕਰਕੇ ਭਾਰ ਚੁੱਕ ਕਰਕੇ ਦੂਜੇ ਪਾਸੇ ਭਾਰ ਨੂੰ ਲਾਉਂਦੇ ਨੇ। ਇਸ ਤਰ੍ਹਾਂ ਭਾਰ ਚੁੱਕਣ ਦਾ ਕੰਮ ਕਰਦੇ ਹਨ। ਗੁਰ ਸਿੱਖੀ ਕੋ ਧਾਰਨ ਕਰੈ, ਪਰ ਹਿਰਦੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਪੂਰੀ ਜਿਹੜੀ ਗੁਰਸਿੱਖੀ ਹੈ ਉਹਨੂੰ ਧਾਰਨ ਕੀਤਾ ਹੋਇਆ ਹੈ। ਸੁਤ ਬਨਤਾ ਜੁਤ ਸਿੱਖਣ ਸੇਵੈ, ਜਿਹੜੇ ਵੀ ਆਪਣੇ ਪਰਿਵਾਰ ਦੇ ਮੈਂਬਰ ਨੇ, ਬੱਚੇ ਨੇ, ਬੱਚੀਆਂ ਨੇ ਤੇ ਘਰਵਾਲੀ ਸਮੇਤ, ਸਾਰੇ ਪਰਿਵਾਰ ਦੇ ਸਮੇਤ ਸਾਰਾ ਪਰਿਵਾਰ ਰਲ ਮਿਲ ਕਰਕੇ ਸੰਗਤ ਦੀ, ਸਿੱਖਾਂ ਦੀ ਸੇਵਾ ਕਰਦਾ ਹੈ। ਜਥਾ ਸਕਤ ਭੋਜਨ ਪਟ ਦੇਵੈ, ਸ਼ਕਤੀ ਅਨੁਸਾਰ ਗੁਰਸਿੱਖਾਂ ਦੀ ਸੇਵਾ ਕਰਦੇ ਨੇ। ਸਾਰਾ ਟੱਬਰ ਸੇਵਾ ਕਰਦਾ ਹੈ, ਸਭ ਪਰਿਵਾਰ ਚੜਾਇਆ ਬੇੜੇ ਪਰਿਵਾਰ ਦੇ ਸਮੇਤ ਗੁਰਸਿੱਖਾਂ ਦੀ ਸੇਵਾ ਕਰਦਾ ਹੈ। ਜਥਾ ਸ਼ਕਤੀ ਦੇ ਅਨੁਸਾਰ ਕੋਈ ਭੋਜਨ ਛਕਾਉਂਦਾ ਹੈ,
ਕਈ ਸਾਧ ਸੰਗਤ ਜੀ ਬਸਤਰਾਂ ਨੂੰ ਸਾਧ ਸੰਗਤ ਜੀ ਭੇਟਾ ਅਰਪਣ ਕਰਦੇ ਹਨ। ਨਿਜ ਕੁਟਾਂਬ ਸੋ ਕਹਿਓ ਬਨਾਈ। ਇਸ ਤਰ੍ਹਾਂ ਗੁਰਸਿੱਖਾਂ ਨੇ ਆਪਣੇ ਪਰਿਵਾਰ ਨੂੰ ਕਹਿ ਕਰਕੇ ਰੱਖਿਆ ਹੈ। ਹਮ ਪੀਛੇ ਜੇ ਕੋ ਸਿੱਖ ਆਈ। ਆਪਣੇ ਪਰਿਵਾਰ ਨੂੰ ਇਹ ਦੱਸਿਆ ਹੈ, ਇਹ ਸਾਧ ਸੰਗਤ ਜੀ ਹਿਦਾਇਤ ਕੀਤੀ ਹੈ ਕਿ ਜੇ ਅਸੀਂ ਘਰ ਦੇ ਵਿੱਚ ਰਹੀਏ ਜਾਂ ਘਰ ਵਿੱਚ ਨਾ ਰਹੀਏ, ਸਾਡੇ ਪਿੱਛੋਂ ਵੀ ਜੇ ਕੋਈ ਗੁਰਸਿੱਖ ਆ ਜਾਵੇ, ਜਿਮ ਹਮ ਸੇਵੈ ਤਿਮ ਤੁਮ ਸੇਵੋ। ਜਿਸ ਤਰ੍ਹਾਂ ਅਸੀਂ ਗੁਰਸਿੱਖਾਂ ਦੀ ਸੇਵਾ ਕਰਦੇ ਹਾਂ, ਤਿਵੇਂ ਆਪ ਜੀਆਂ ਨੇ ਵੀ ਸਾਰੇ ਪਰਿਵਾਰ ਨੇ ਮਿਲ ਕਰਕੇ ਸਿੱਖਾਂ ਦੀ ਸੇਵਾ ਕਰਨੀ ਹੈ। ਕਿਉਂ ਕਰਨੀ ਹੈ? ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਸਤਿਗੁਰੂ ਦੇ ਜਿਹੜੇ ਸਿੱਖ ਨੇ, ਉਹਨਾਂ ਸਿੱਖਾਂ ਦੇ ਵਿੱਚ ਗੁਰੂ ਆਪ ਵਰਤਦਾ ਹੈ। ਗੁਰੂ ਦੀ ਆਪ ਸਾਧ ਸੰਗਤ ਜੀ ਦਿਖ ਹੈ, ਜਿਹੜਾ ਸਤਿਗੁਰੂ ਦਾ ਸਿੱਖ ਹੈ। ਇਸ ਕਰਕੇ ਗੁਰੂ ਸਿੱਖ, ਸਿੱਖ ਗੁਰੂ ਹੈ। ਗੁਰੂ ਦਾ ਜਿਹੜਾ ਸਿੱਖ ਹੈ ਗੁਰੂ ਰੂਪ ਹੀ ਹੈ। ਗੁਰੂ ਰੂਪ ਜਾਣ ਕਰਕੇ ਜਿਹੜਾ ਗੁਰੂ ਦੇ ਸਿੱਖਾਂ ਦੀ ਸੇਵਾ ਕਰਦਾ ਹੈ, ਉਹਨੂੰ ਸਾਧ ਸੰਗਤ ਜੀ ਗੁਰੂ ਦੀ ਸੇਵਾ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਭੋਜਨ ਬਸਨ ਦੇਖ ਕਰ ਦੇਵੋ। ਇਸ ਤਰ੍ਹਾਂ ਸਿੱਖਾਂ ਦੇ ਤਾਈਂ ਭੋਜਨ ਆਦਿਕ ਕਰਾਉਣਾ ਹੈ, ਬਸਤਰ ਆਦਿਕ ਉਹਨਾਂ ਨੂੰ ਅਰਪਣ ਕਰਨਾ ਹੈ। ਤਬ ਸਿੱਖ ਨਿਗਨ ਗੁਰ ਕੇ ਪਾਸ। ਇਸ ਤਰ੍ਹਾਂ ਤਦੋਂ ਸਾਧ ਸੰਗਤ ਜੀ ਸਿੱਖਾਂ ਨੇ ਸਾਰਿਆਂ ਨੇ ਇਕੱਠੇ ਰਲ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲ ਜਾ ਕਰਕੇ ਬੇਨਤੀ ਕੀਤੀ। ਦੋਨੋਂ ਕੋ ਕੀਏ ਸੁਜਾਸ ਪ੍ਰਕਾਸ਼। ਜਿਹੜੇ ਦੋਵੇਂ ਗੁਰਸਿੱਖ ਸਨ, ਭਾਈ ਗੜੀਅਲ ਜੀ ਤੇ ਭਾਈ ਮਥਰਾ ਦਾਸ ਜੀ, ਦੋਵੇਂ ਗੁਰਸਿੱਖ ਪਰਿਵਾਰਾਂ ਦੀ ਵਡਿਆਈ ਕੀਤੀ ਕਿ ਹੇ ਸਤਿਗੁਰੂ ਜੀ, ਦੋਵੇਂ ਪਰਿਵਾਰ ਜਿਹੜੇ ਨੇ ਬਹੁਤ ਸਿੱਖਾਂ ਦੀ ਸੇਵਾ ਕਰਦੇ ਹਨ। ਸੇਵਾ ਕੇ ਰੰਗ ਮਹਿ ਇਹ ਰਾਤੇ। ਸਿਰਫ ਤੇ ਸਿਰਫ ਸੇਵਾ ਕਰਨ 'ਚ ਇਹਨਾਂ ਦਾ ਪਿਆਰ ਹੈ, ਕਿਉਂਕਿ ਜਿਨ੍ਹਾਂ ਦੇ ਹਿਰਦੇ 'ਚ ਇਹ ਪਰਪੱਕ ਹੈ, ਨਿਸ਼ਚਾ ਹੈ, ਦ੍ਰਿੜ ਭਰੋਸਾ ਹੈ, ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਗੁਰੂ ਦੀ ਸੇਵਾ ਕਰਕੇ ਕੀ ਨਹੀਂ ਪ੍ਰਾਪਤ ਹੁੰਦਾ ਹੈ। ਇਹੋ ਜਿਹੇ ਸੰਸਾਰ ਦੇ ਵਿੱਚ ਕੋਈ ਚੀਜ਼ ਨਹੀਂ ਜਿਹੜੀ ਸਾਧ ਸੰਗਤ ਜੀ ਗੁਰੂ ਦੀ ਸੇਵਾ ਕਰਕੇ ਪ੍ਰਾਪਤ ਨਾ ਹੋਵੇ। ਗੁਰੂ ਦੀ ਸੇਵਾ, ਗੁਰ ਸੇਵਾ ਤਪਾਂ ਸਿਰ ਤਪਸਾਰ। ਹੁਣ ਪਿਛਲੇ ਪ੍ਰਸੰਗ ਦੇ ਵਿੱਚ ਕਰਮ ਦੀ ਗੱਲ ਆਈ। ਸੇਵਾ ਵੀ ਕਰਮ ਹੀ ਹੈ, ਪਰ ਕਰਮ ਦੇ ਵਿੱਚ ਤੇ ਸੇਵਾ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਕਰਮ ਸਾਧ ਸੰਗਤ ਜੀ ਤੁਰਨਾ ਵੀ ਕਰਮ ਹੈ, ਵੇਖਣਾ ਵੀ ਕਰਮ ਹੈ। ਇਹ ਸਾਰੇ ਕੰਮ ਆਪਾਂ ਕਰਦੇ ਹਾਂ, ਪਰ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਆ ਜਾਂਦੇ ਹਾਂ, ਬਾਣੀ ਨੂੰ ਸੁਣਨ ਦਾ ਕੰਮ ਕਰਦੇ ਹਾਂ, ਬਾਣੀ ਦੀ ਵੇਖਣ ਦਾ ਕੰਮ ਕਰਦੇ ਹਾਂ, ਦਰਸ਼ਨ ਕਰਦੇ ਹਾਂ, ਗੁਰਸਿੱਖਾਂ ਦੇ ਦਰਸ਼ਨ ਕਰਦੇ ਹਾਂ। ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਜਿਹੜੇ ਗੁਰਸਿੱਖਾਂ ਦੇ ਸਾਧ ਸੰਗਤ ਜੀ ਚਰਨ ਜਿੱਥੇ ਪਏ ਹਨ, ਉਹਨਾਂ ਧੂੜੀ ਨੂੰ ਆਪਣੇ ਮੱਥੇ 'ਤੇ ਲਾਉਣਾ ਕਰਦੇ ਹਾਂ। ਇਸ ਤਰ੍ਹਾਂ ਬਹੁਤ ਤਰ੍ਹਾਂ ਦੀਆਂ ਗੁਰੂ ਘਰ ਵਿੱਚ ਆਣ ਕਰਕੇ ਸੇਵਾਵਾਂ ਜਿਹੜੇ ਕਰਦੇ ਨੇ ਨਾ, ਉਹਨਾਂ ਦਾ ਇਹ ਲੋਕ ਤੇ ਪਰਲੋਕ ਸਵਰ ਜਾਂਦਾ ਹੈ। ਤੁਮ ਸਮ ਲਖੈ ਜੋ ਸਿੱਖ ਕਰ ਜਾਤੇ। ਇਸ ਤਰ੍ਹਾਂ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਦੋਵੇਂ ਗੁਰਸਿੱਖ ਇੰਨੀ ਸ਼ਰਧਾ ਦੇ ਨਾਲ, ਇੰਨੀ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਸਿੱਖਾਂ ਦੀ। ਇਸ ਤਰ੍ਹਾਂ ਮਾਨੋ ਜਿਵੇਂ ਗੁਰੂ ਆਪ ਹੀ ਘਰ ਦੇ ਵਿੱਚ ਚੱਲ ਕਰਕੇ ਆਇਆ ਹੋਵੇ। ਸੁਨਬ ਖੁਸ਼ੀ ਕੀਨ ਤਿਸ ਕਾਲ। ਇਸ ਤਰ੍ਹਾਂ ਜਦੋਂ ਗੁਰਸਿੱਖਾਂ ਪਾਸੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦੋਵੇਂ ਭਾਈ ਗੜੀਅਲ ਜੀ ਤੇ ਭਾਈ ਮਥਰਾ ਦਾਸ ਜੀ, ਦੋਵੇਂ ਪਰਿਵਾਰਾਂ ਦੀ ਵਡਿਆਈ ਜਦੋਂ ਗੁਰਸਿੱਖਾਂ ਪਾਸੋਂ ਸਰਵਣ ਕੀਤੀ ਹੈ। ਜਨਮ ਮਰਨ ਤਜ ਪਏ ਨਿਹਾਲ। ਉਦੋਂ ਸਾਧ ਸੰਗਤ ਜੀ ਸਤਿਗੁਰਾਂ ਨੇ ਆਪਣੇ ਅੰਦਰੋਂ ਹੀ ਬਲੈਸਿੰਗਸ ਦਿੱਤੀਆਂ ਨੇ, ਵਡਿਆਈ ਦਿੱਤੀ ਹੈ। ਸਿਰ ਦੇ ਉੱਤੇ ਹੱਥ ਰੱਖਿਆ ਤੇ ਕਿਹਾ ਕਿ ਇਹ ਸਾਰੇ ਜਿਹੜੇ ਪਰਿਵਾਰ ਨੇ ਨਾ, ਇਹ ਜੰਮਣ ਮਰਨ ਦੇ ਦੁੱਖ ਤੋਂ ਰਹਿਤ ਹੋ ਜਾਣਗੇ। ਸਕਲੇ ਸਗਤ ਜੁਤ ਤਤ ਛਿਨ ਪਾਏ। ਛੇਤੀ ਦੇ ਨਾਲ ਸਾਰੀਆਂ ਸ਼ਕਤੀਆਂ, 9 ਨਿਧੀਆਂ 18 ਸਿੱਧੀਆਂ, ਸਾਰੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਅਨਦੀਆਂ ਤੋਟਤਾ, ਸਾਰੀਆਂ ਸ਼ਕਤੀਆਂ ਦੇ ਨਾਲ ਲਬਾਲਬ ਸਾਰਾ ਪਰਿਵਾਰ ਹੀ ਪ੍ਰਾਪਤ ਹੋਇਆ ਹੈ। ਅੰਤੇ ਪਰਮ ਪਦ ਸੋ ਮਿਲ ਗਏ। ਅਖੀਰ ਦੇ ਵੇਲੇ ਜਦੋਂ ਸਵਾਸ ਤਿਆਗੇ ਨੇ ਸਾਰੇ ਪਰਿਵਾਰ ਨੇ, ਟੱਬਰ ਨੇ, ਤੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਕਰਕੇ ਬਿਰਾਜੇ ਹਨ। ਗੰਗਾ ਸਹਿਗਲ ਜੋਧਾ ਮਹਾ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਸੇਵਾ ਦੀ ਵਡਿਆਈ ਹੈ। ਬਿਨ ਸੇਵਾ ਫਲ ਕਬਹੁ ਨ ਪਾਵਸ। ਸੇਵਾ ਕਰਨੀ ਸਾਰੀ। ਜਿੰਨਾ ਮਰਜੀ ਕੋਈ ਗਿਆਨੀ ਧਿਆਨੀ ਹੋਵੇ, ਜਿੰਨਾ ਮਰਜੀ ਨਾਮ ਜਪਦਾ ਹੋਵੇ, ਗੁਰੂ ਦੀ ਸੇਵਾ ਤੋਂ ਬਗੈਰ ਪੂਰਨ ਫਲ ਦੀ ਪ੍ਰਾਪਤੀ ਨਹੀਂ ਜੀ ਹੁੰਦੀ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਨया ਪ੍ਰਸੰਗ ਆਰੰਭ ਕਰਦੇ ਨੇ। ਮਹਾਰਾਜ ਕਹਿੰਦੇ ਨੇ ਗੰਗਾ ਸਹਿਗਲ ਨਾਮ ਦਾ ਇੱਕ ਬੜਾ ਭਾਰੀ ਸੂਰਮਾ ਯੋਧਾ ਹੋਇਆ ਹੈ। ਆਇਓ ਸ੍ਰੀ ਅਰਜਨ ਜੀ ਜਹਾਂ, ਜਿੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪਣੇ ਸਿੰਘਾਸਨ ਦੇ ਉੱਤੇ ਬੈਠੇ ਨੇ, ਉੱਥੇ ਆਇਆ ਹੈ। ਬੰਦਨ ਕਰ ਬੈਠਿਓ ਜਬ ਪਾਸ, ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਚ ਮੱਥਾ ਟੇਕ ਕਰਕੇ ਸਤਿਗੁਰੂ ਜੀ ਦੇ ਕੋਲ ਬੈਠਾ ਹੈ। ਸਿਰ ਮੁਖ ਤੇ ਤਬ ਕੀਨ ਪ੍ਰਕਾਸ਼, ਸੁਭਾਇਮਾਨ ਮੁਖੋਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੰਗਾ ਸਹਿਗਲ ਦੇ ਨਾਮ ਦੇ ਨਾਲ ਇਸ ਤਰ੍ਹਾਂ ਆਵਾਜ਼ ਮਾਰ ਕਰਕੇ ਬਚਨ ਕਰਨ ਲੱਗੇ ਹਨ। ਤੁਮ ਮਲੇਛ ਕੇ ਚਾਕਰ ਅਹੋ, ਹੇ ਭਾਈ ਗੰਗਾ ਸਹਿਗਲ ਜੀ, ਤੁਸੀਂ ਮਲੇਛ ਦੀ ਤੁਰਕ ਦੀ ਕਿਉਂ ਸੇਵਾ ਕਰਦੇ ਹੋ, ਕਿਉਂ ਉਸ ਦੀ ਨੌਕਰੀ ਕਰਦੇ ਹੋ? ਇਹ ਕੁਛ ਭਲੀ ਬਾਤ ਨਹਿ ਲਹੋ, ਕਹਿੰਦੇ ਇਹ ਕੋਈ ਚੰਗੀ ਗੱਲ ਨਹੀਂ ਹੈ, ਤੁਸੀਂ ਮਲੇਛ ਤੇ ਤੁਰਕੜਿਆਂ ਦੀ ਜਿਹੜੀ ਨੌਕਰੀ ਕਰਦੇ ਹੋ। ਜੇ ਤੁਮ ਕਹੋ ਜੀਵਿਕਾ ਨਹੀਂ, ਜੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਕੋਈ ਉਪਜੀਵਕਾ ਨਹੀਂ ਹੈ, ਕੋਈ ਸਾਧਨ ਹੈ ਨਹੀਂ ਕਮਾਈ ਦਾ, ਰਹੀਏ ਸ੍ਰੀ ਹਰਿ ਗੋਬਿੰਦ ਪਾਹੀ, ਤੇ ਤੁਸੀਂ ਇਸ ਤਰ੍ਹਾਂ ਕਰੋ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜ ਯੋਧਾ ਬਹੁ ਪਰਉਪਕਾਰੀ, ਉਹਨਾਂ ਦੇ ਕੋਲ ਉਹਨਾਂ ਦੀ ਫੌਜ ਦੇ ਵਿੱਚ ਭਰਤੀ ਹੋ ਜਾਵੋ। ਹੋਏ ਸਾਗਰੇ ਪਰਵਾਰ ਗੁਜ਼ਾਰਾ, ਇਸ ਤਰ੍ਹਾਂ ਜੇ ਤੁਸੀਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਰਹੋਗੇ ਤੇ ਤੁਹਾਡੇ ਸਾਰੇ ਟੱਬਰ ਦਾ ਪਰਿਵਾਰ ਦਾ ਗੁਜ਼ਾਰਾ ਹੋ ਆਵੇਗਾ। ਹਰਿ ਸਿਮਰੋ ਸਤਨਾਮ ਸੰਭਾਰਾ, ਇਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਕੋਲ ਰਹਿ ਕਰਕੇ ਨਾਲੇ ਉਹਨਾਂ ਦੀ ਸੇਵਾ ਕਰੋ, ਨਾਲੇ ਸ਼ਸਤਰ ਵਿਦਿਆ ਹਾਸਿਲ ਕਰੋ ਤੇ ਨਾਲੇ ਆਪਣੇ ਸਾਰੇ ਪਰਿਵਾਰ ਦਾ ਭਲਾ ਕਰ ਲਵੋ। ਹਰਿ ਸਿਮਰੋ ਸਤਨਾਮ ਸੰਭਾਰਾ, ਤੇ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਜਪਣਾ ਕਰੋ ਸੰਭਾਲ ਕੇ। ਦੁਨੀਆ ਕੇ ਕਾਰਜ ਹੋਏ ਪੂਰੇ, ਨਾਮ ਜਪਣ ਦੇ ਨਾਲ ਸੰਸਾਰ ਦੇ ਸਾਰੇ ਕੰਮ ਤੁਹਾਡੇ ਸਵਰ ਜਾਣਗੇ। ਦੀਨ ਵਿਖੈ ਉਜਲ ਮੁਖ ਰੂਰੇ, ਤੇ ਧਰਮ ਦੇ ਵਿੱਚ ਵੀ, ਧਰਮ ਦੀ ਦੁਨੀਆ ਦੇ ਵਿੱਚ ਵੀ ਮੁਖ ਜਿਹੜਾ ਹੈ ਉਜਲ ਹੋ ਜਾਵੇਗਾ। ਸੁਨ ਗੰਗਾ ਸਹਿਗਲ ਹਰਿ ਖਾਇਓ, ਸੁਣ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਭਾਈ ਗੰਗਾ ਸਹਿਗਲ ਜੀ ਮਨ ਵਿੱਚ ਬੜੇ ਪ੍ਰਸੰਨ ਹੋਏ ਨੇ, ਖੁਸ਼ ਹੋਏ ਹਨ। ਦੋਹੂ ਲੋਕ ਮਹਿ ਗੁਰ ਅਪਨਾਇਓ, ਤੇ ਇਹ ਗੁਰੂ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਆ ਤੇ ਸਤਿਗੁਰਾਂ ਨੇ ਇੰਨੀਆਂ ਦਾਤਾਂ ਦੇ ਦਿੱਤੀਆਂ ਨੇ ਕਿ ਸਾਡਾ ਲੋਕ ਤੇ ਪਰਲੋਕ ਦੋਵੇਂ ਸਵਰ ਗਏ ਹਨ। ਇਸ ਤੇ ਅਪਰ ਨ ਆਛੀ ਬਾਤ, ਇਹਦੇ ਨਾਲੋਂ ਚੰਗੀ ਤਾਂ ਕੱਲ ਕੋਈ ਗੱਲ ਹੋਈ ਹੈ ਨਹੀਂ। ਰਹਿਤ ਪਇਓ ਸੂਰਾ ਬਖੀਆ, ਪਰ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਫੌਜ ਵਿੱਚ ਭਰਤੀ ਹੋਇਆ ਹੈ। ਜਾਬਰਣ ਰਚ ਸ੍ਰੀ ਹਰਗੋਬਿੰਦ, ਜਦੋਂ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਤੇ ਵੀ ਜੰਗ ਕਰਨ ਵਾਸਤੇ ਜਾਂਦੇ ਸਨ, ਅਤੇ ਤੁਰਕ ਬਹੁ ਬਲੀ ਬਿਲੰਦ, ਬਹੁਤ ਸਾਰੇ ਵੱਡੇ ਵੱਡੇ ਜਿਹੜੇ ਤੁਰਕ ਨੇ, ਮੁਗਲ ਨੇ, ਉਹ ਸਤਿਗੁਰੂ ਸਾਹਿਬ ਜੀ ਦੇ ਨਾਲ ਜੰਗ ਯੁੱਧ ਕਰਦੇ ਸਨ। ਜਾਬਰਣ ਰਚ ਸ੍ਰੀ ਹਰਗੋਬਿੰਦ, ਜਦੋਂ ਸਤਿਗੁਰੂ ਸਾਹਿਬ ਜੀ ਜੰਗੇ ਮੈਦਾਨ ਦੇ ਵਿੱਚ ਨਿੱਤਰਦੇ ਹਨ, ਨਹੀਂ ਪੀਠ ਰਿਪ ਕੋ ਦਿਖਰਾਈ, ਜਿਹੜਾ ਆ ਭਾਈ ਗੰਗਾ ਸਹਿਗਲ ਹੈ ਇਹ ਵੀ ਸਾਧ ਸੰਗਤ ਜੀ ਦੁਸ਼ਮਣਾਂ ਦੇ ਆਹੂ ਲਾਉਂਦਾ ਹੈ। ਕਦੀ ਵੀ ਆਪਣੇ ਦੁਸ਼ਮਣਾਂ ਨੂੰ ਇਹਨੇ ਪਿੱਠ ਨਹੀਂ ਵਿਖਾਈ, ਭੱਜਾ ਨਹੀਂ ਹੈ, ਡਰਪੋਕ ਨਹੀਂ ਹੈ। ਕਿਮ ਕਰਦੇ ਨੇ ਸੁਭਗਤ ਪਾਈ, ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਸ੍ਰੇਸ਼ਟ ਕਿਰਪਾ ਹੋਈ ਹੈ, ਇਹਦੀ ਕਲਿਆਣ ਹੋਈ ਹੈ, ਮੁਕਤੀ ਪ੍ਰਾਪਤ ਹੋਈ ਹੈ। ਆਪਰ ਅਨੇਕ ਸੂਰਮਾ ਆਏ, ਹੋਰ ਵੀ ਬਹੁਤ ਸਾਰੇ ਸਤਿਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਸੂਰਮੇ ਆਏ ਹਨ। ਇਕ ਗੰਗੇ ਕੋ ਮੋਦ ਬੜਾਏ, ਭਾਈ ਗੰਗਾ ਸਹਿਗਲ ਨੂੰ ਵੇਖ ਕਰਕੇ ਬਹੁਤ ਮਨ ਵਿੱਚ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ ਤੇ ਕਹਿੰਦੇ ਨੇ ਭਾਈ ਗੰਗਾ ਸਹਿਗਲ ਜੀ ਤੁਸੀਂ ਬਹੁਤ ਵੱਡੇ ਯੋਧੇ ਹੋ, ਮਹਾਬਲੀ ਸੂਰਮੇ ਹੋ। ਦੋਹਰਾ ਹੁਤੋ ਤਪਾਹਰ ਬੰਸ, ਇਕ ਸੇਵ ਕਰਹਿ ਧਰਮਸਾਲ, ਇੱਕ ਤਪਾ ਸੀ ਜਿਸ ਦਾ ਨਾਮ ਭਾਈ ਹਰਬੰਸ ਹੈ, ਉਹ ਗੁਰੂ ਘਰ ਦੇ ਵਿੱਚ ਆਣ ਕਰਕੇ ਗੁਰੂ ਦੀ ਸੇਵਾ ਕਰਦਾ ਹੈ। ਥਾਕਤ ਜੋ ਸਿੱਖ ਤਿਸ ਕੇ ਚਰਨ, ਧੋਏ ਤਪਤ ਜਲ ਨਾਲ, ਗੁਰੂ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਸੇਵਾ ਕਰਦਾ ਹੈ?
ਜਿਹੜੇ ਵੀ ਗੁਰਸਿੱਖ ਆਉਂਦੇ ਨੇ ਉਹਨਾਂ ਦੀ ਚਰਨਾਂ ਦੀ ਸੇਵਾ ਕਰਦਾ ਹੈ। ਗਰਮ ਪਾਣੀ ਕਰਕੇ, ਤੱਤਾ ਪਾਣੀ ਦੇ ਨਾਲ, ਗਰਮ ਪਾਣੀ ਦੇ ਨਾਲ ਗੁਰਸਿੱਖਾਂ ਦੇ ਚਰਨਾਂ ਦੀ ਸੇਵਾ ਕਰਦਾ ਹੈ। ਚੋਪਈ ਦੇਖਤ ਛੁਦਤ ਭੋਜਨ ਅਚਵਾਵੈ। ਕਿਸੇ ਭੁੱਖੇ ਸਿੱਖ ਨੂੰ ਵੇਖ ਕਰਕੇ ਉਹਦੇ ਵਾਸਤੇ ਭੋਜਨ ਲਿਆਉਂਦਾ ਹੈ, ਭੋਜਨ ਛਕਾਉਂਦਾ ਹੈ। ਧਰਮਸਾਲ ਲੇਪਨ ਕਰ ਲੇਤ। ਇਸ ਤਰ੍ਹਾਂ ਧਰਮਸਾਲ ਦੇ ਵਿੱਚ ਲੀਪਾ ਪੋਚੀ ਦਾ ਕੰਮ ਕਰਦਾ ਹੈ। ਜਾਗੈ ਪ੍ਰਥਮ ਜੋ ਪਾਛਲ ਰਾਤੀ। ਇਸ ਤਰ੍ਹਾਂ ਅੰਮ੍ਰਿਤ ਵੇਲੇ ਤੜਕੇ ਉੱਠ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਜਲ ਕਰ ਤਪਤ ਨੁਲਾਏ ਪ੍ਰਭਾਤੀ। ਅੰਮ੍ਰਿਤ ਵੇਲੇ ਆਪ ਉੱਠ ਕਰਕੇ ਸਾਰਿਆਂ ਨਾਲੋਂ ਪਹਿਲੇ ਉੱਠ ਜਾਣਾ ਹੈ। ਉੱਠ ਕਰਕੇ ਆਪ ਇਸ਼ਨਾਨ ਕਰਕੇ ਫਿਰ ਜਿਹੜੇ ਗੁਰਸਿੱਖ ਉੱਠਦੇ ਨੇ ਉਹਨਾਂ ਦੇ ਵਾਸਤੇ ਗਰਮ ਪਾਣੀ ਦਾ ਪ੍ਰਬੰਧ ਕਰਨਾ ਹੈ ਤੇ ਉਹਨਾਂ ਦਾ ਇਸ਼ਨਾਨ ਕਰਾਉਂਦਾ ਹੈ। ਪੜਤ ਰਹਿ ਪੁਨ ਸਤਿਗੁਰ ਬਾਣੀ। ਇਸ ਤਰ੍ਹਾਂ ਉਸ ਤੋਂ ਬਾਅਦ ਸਾਰਾ ਦਿਨ ਹੀ ਸਤਿਗੁਰੂ ਸਾਹਿਬ ਜੀ ਦੀ ਮਿੱਠੀ ਬਾਣੀ ਦਾ ਜਾਪ ਕਰਦਾ ਹੈ। ਇਮ ਸੇਵਾ ਕੋ ਠਾਨ ਮਹਾਨੀ। ਇਸ ਤਰ੍ਹਾਂ ਜਿਹੜੀ ਸ੍ਰੇਸ਼ਟ ਸੇਵਾ ਹੈ, ਮਹਾਨ ਸੇਵਾ ਗੁਰਸਿੱਖਾਂ ਦੀ ਕਰਦਾ ਹੈ। ਕਬ ਗੁਰਦਾਸ ਕੀਨ ਜੋ ਬਾਣੀ। ਕਦੋਂ ਫਿਰ ਜੋ ਭਾਈ ਗੁਰਦਾਸ ਜੀ ਨੇ ਬਚਨ ਬਾਣੀ ਦਾ ਉਚਾਰਨ ਕੀਤਾ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਬਿਤ ਉਚਾਰਨ ਕੀਤੇ ਹਨ। ਇੱਕ ਦਿਨ ਪੜਤ ਹੁਤੋਰ ਚਠਾਨੀ। ਇੱਕ ਦਿਨ ਬੜੇ ਪ੍ਰੇਮ ਦੇ ਨਾਲ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜਦਾ ਹੈ। ਕਿਤਕ ਸਿੱਖ ਬੋਲੇ ਤਿਸ ਪਾਹੀ। ਕਿੰਨੇ ਕਿ ਸਿੱਖ ਆਣ ਕਰਕੇ ਉਸ ਭਾਈ ਹਰਬੰਸ ਸਿੰਘ ਨੂੰ ਆਣ ਕਰਕੇ ਬਚਨ ਕਰਨ ਲੱਗੇ, ਗੁਰਬਾਣੀ ਕਿਉਂ ਪੜ੍ਹੈ ਨਾਹੀ। ਕਹਿੰਦੇ ਹੇ ਭਾਈ ਹਰਬੰਸ ਜੀ, ਤੁਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਿਉਂ ਪੜ੍ਹਦੇ ਹੋ? ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਕਿਉਂ ਨਹੀਂ ਪੜ੍ਹਦੇ? ਅਪਰ ਕਵਿਨ ਕੀ ਸਿੱਖ ਨਹਿ ਪੜੈ। ਜਿਹੜੇ ਹੋਰ ਦੂਸਰੇ ਕਵੀਆਂ ਦੀ ਜਿਹੜੀ ਰਚਨਾ ਹੈ, ਗੁਰੂ ਦਾ ਸਿੱਖ ਉਹਨਾਂ ਦੇ ਤਾਈਂ ਨਹੀਂ ਪੜ੍ਹਦਾ। ਸਤਿਗੁਰੀ ਸ਼ਬਦ ਪ੍ਰੀਤ ਤੇ ਰੜੈ। ਜਿਹੜਾ ਸਤਿਗੁਰੂ ਦੇ ਸ਼ਬਦ ਨੇ, ਧੁਰ ਕੀ ਬਾਣੀ ਹੈ, ਉਹਨੂੰ ਹੀ ਪ੍ਰੇਮ ਦੇ ਨਾਲ ਜਪਦਾ ਹੈ, ਪੜ੍ਹਦਾ ਹੈ ਨਿਤਨੇਮ ਦੇ ਨਾਲ। ਝਗਰ ਪਰਸ ਪਰ ਗੁਰ ਢਿਗ ਆਏ। ਇਸ ਤਰ੍ਹਾਂ ਭਾਈ ਹਰਬੰਸ ਸਿੰਘ ਜੀ ਦੇ ਨਾਲ ਇਸ ਤਰ੍ਹਾਂ ਆਪਸ ਦੇ ਵਿੱਚ ਵਾਦ ਵਿਵਾਦ ਹੋਇਆ ਹੈ ਸਿੱਖਾਂ ਦਾ, ਤੇ ਉਹ ਸਾਧ ਸੰਗਤ ਜੀ ਝਗੜਾ ਕਰਦਿਆਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਆਏ ਹਨ। ਬਾਦੀ ਪ੍ਰਸੰਗ ਜੋ ਸਕਲ ਸੁਣਾਏ। ਜਿਸ ਤਰ੍ਹਾਂ ਦਾ ਝਗੜਾ ਸੀ, ਸਾਰਾ ਪ੍ਰਸੰਗ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੋਲ ਆਣ ਕਰਕੇ ਸੁਣਾਇਆ ਹੈ। ਇਹ ਸਭ ਬਰਜਤ ਤਰਕਤ ਅਹੀ। ਭਾਈ ਹਰਬੰਸ ਸਿੰਘ ਕਹਿਣ ਲੱਗੇ, ਹੇ ਸਤਿਗੁਰੂ ਸਾਹਿਬ ਜੀ, ਇਹ ਜਿਹੜੀ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਬਾਣੀ ਹੈ, ਕਬਿਤ ਨੇ, ਇਹਨੂੰ ਮੈਂ ਪੜ੍ਹਦਾ ਹਾਂ, ਪਰ ਜਿਹੜੇ ਸਿੱਖ ਨੇ ਉਹ ਮੈਨੂੰ ਇਹਨੂੰ ਪੜ੍ਹਨ ਤੋਂ ਹਟਾਉਂਦੇ ਹਨ, ਵਰਜਨਾ ਕਰਦੇ ਹਨ, ਕੁਤਰਕਾਂ ਕਰਦੇ ਹਨ। ਪੜਨ ਗਿਰਾ ਗੁਰਦਾਸ ਜੋ ਕਹੀ। ਕਹਿੰਦੇ ਜੋ ਭਾਈ ਗੁਰਦਾਸ ਜੀ ਨੇ ਬਚਨ ਉਚਾਰੇ ਨੇ, ਬਾਣੀ ਉਚਾਰਨ ਕੀਤੀ ਹੈ, ਸੁਣ ਸ੍ਰੀ ਅਰਜਨ ਬਾਕ ਉਚਾਰਾ। ਸੁਣ ਕਰਕੇ ਗੁਰਸਿੱਖਾਂ ਦੀ ਬੇਨਤੀ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕਹੇ। ਜਿਸ ਮਹਿ ਸ੍ਰੀ ਗੁਰ ਸੁਜੈਸ ਉਚਾਰਾ। ਜਿਸ ਬਾਣੀ ਦੇ ਵਿੱਚ ਗੁਰੂ ਦਾ ਜਸ ਹੈ, ਗੁਰੂ ਦੀ ਵਡਿਆਈ ਹੈ। ਜਿਵੇਂ ਸਾਧ ਸੰਗਤ ਜੀ ਕਵੀ ਸ਼੍ਰੀ ਸਿੰਘ ਕਵਿਤਾ ਗਾਉਂਦੇ ਨੇ, ਉਹਦੇ ਵਿੱਚ ਗੁਰੂ ਦਾ ਜਸ ਹੈ, ਗੁਰੂ ਦੀ ਬਾਣੀ ਹੈ, ਉਹਨੂੰ ਆਪਾਂ ਕੱਚੀ ਬਾਣੀ ਨਹੀਂ ਕਹਿ ਸਕਦੇ। ਜਿਵੇਂ ਢਾਡੀ ਵਾਰਾਂ ਨੇ, ਢਾਡੀ ਸਿੰਘ ਜਿਹੜੇ ਨੇ, ਉਹ ਗੁਰੂ ਦਾ ਜਸ ਵੱਖੋ ਵੱਖਰੇ ਢੰਗ ਦੇ ਨਾਲ ਕਰਦੇ ਨੇ। ਸਾਧ ਸੰਗਤ ਜੰਗਾਂ ਯੁੱਧਾਂ ਦੀਆਂ ਵਾਰਾਂ ਗਾਉਂਦੇ ਨੇ, ਉਹਦੇ ਵਿੱਚ ਗੁਰੂ ਦਾ ਜਸ ਹੈ, ਉਹਨੂੰ ਕੱਚੀ ਬਾਣੀ ਨਹੀਂ ਕਹਾਂਗੇ। ਸਤਿਨਾਮ ਕੀ ਮਹਿਮਾ ਕਹੀ। ਜਿਸ ਦੇ ਵਿੱਚ ਸੱਚੇ ਨਾਮ ਦੀ ਮਹਿਮਾ ਹੈ, ਸੱਚੇ ਨਾਮ ਦੀ ਵਡਿਆਈ ਹੈ। ਤਿਸ ਕੋ ਪੜ੍ਹੋ ਸੁਤਰ ਕੋ ਨਹੀਂ। ਉਹਨੂੰ ਪੜ੍ਹਨਾ ਚਾਹੀਦਾ ਹੈ, ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਕੁਤਰਕ ਨਹੀਂ ਕਰਨੀ ਚਾਹੀਦੀ। ਸਤਿਗੁਰ ਸਮਤਾ ਚਹੈ ਜੇ ਮੂੜ। ਪਰ ਜਿਹੜੇ ਮੂਰਖ ਲੋਕ, ਮੂਰਖ ਵਿਦਵਾਨ, ਮੂਰਖ ਕਵੀ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਰਾਬਰੀ ਕਰਨ ਜਾਣਦੇ ਹਨ। ਏਮ ਲਖ ਸਕੈ ਜੋ ਆਸੈ ਗੂੜ। ਉਹ ਕਿਵੇਂ ਗੁਰੂ ਦਾ ਜਿਹੜਾ ਗੂੜਾ ਜਿਹੜਾ ਸਿਧਾਂਤ ਹੈ ਉਹਨੂੰ ਨਹੀਂ ਜਾਣ ਸਕਦੇ। ਸੋ ਨੈ ਪੜ੍ਹੋ ਕਰੋ ਤਿਸ ਤਰਕ। ਜਿਵੇਂ ਸਾਧ ਸੰਗਤ ਜੀ ਕਈ ਜਿਹੜੇ ਕਵੀ ਨੇ ਉਹ ਆਪੋ ਆਪਣਾ ਵੱਖਰਾ ਹੀ ਗ੍ਰੰਥ ਬਣਾ ਕਰਕੇ ਗੁਰੂ ਦੀ ਸਾਧ ਸੰਗਤ ਜੀ ਬਰਾਬਰੀ ਕਰਨ ਦਾ ਯਤਨ ਕਰਦੇ ਨੇ, ਈਰਸ਼ਾ ਕਰਦੇ ਨੇ। ਦਾਸ ਜਦੋਂ ਹਜੂਰ ਸਾਹਿਬ ਸੀ ਉਦੋਂ ਨਾਲ ਹਜੂਰ ਸਾਹਿਬ ਤੋਂ ਤਕਰੀਬਨ 200-250 ਕਿਲੋਮੀਟਰ ਪੰਢਰਪੁਰ ਪੈਂਦਾ ਹੈ। ਉੱਥੇ ਭਗਤ ਨਾਮਦੇਵ ਜੀ ਦਾ ਪਰਿਵਾਰ ਹੁਣ ਵੀ ਰਹਿੰਦਾ ਹੈ। ਉਸ ਪਰਿਵਾਰ ਦੇ ਕੋਲ ਬਹੁਤ ਸਾਰੀਆਂ ਪੁਰਾਣੀਆਂ ਲਿਖਤਾਂ ਜਿਹੜੀਆਂ ਨੇ ਉਹ ਪਈਆਂ ਨੇ, ਜਿਹਨੂੰ ਉਹ ਗਾਉਂਦੇ ਨੇ, ਜਿਹਨੂੰ ਆ ਪੜ੍ਹਦੇ ਨੇ। ਉਹ ਕਹਿੰਦੇ ਨੇ ਇਹ ਭਗਤ ਨਾਮਦੇਵ ਜੀ ਦੀ ਬਾਣੀ ਹੈ। ਉਹਨੂੰ ਸਾਧ ਸੰਗਤ ਜੀ ਮੈਂ ਉਹਦੇ ਦਰਸ਼ਨ ਕੀਤੇ, ਪਰ ਉਹ ਜਿਹੜੀ ਬਾਣੀ ਵੱਖਰੀ ਹੈ। ਜੋ ਬਾਣੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ ਉਹਦੇ ਨਾਲੋਂ ਅਲੱਗਾ ਹੈ, ਵੱਖਰੀ ਹੈ। ਇਸ ਤਰ੍ਹਾਂ ਕਈ ਭਗਤਾਂ ਨੇ, ਕਈ ਲੋਕਾਂ ਨੇ, ਸਾਧ ਸੰਗਤ ਜੀ ਕਵੀਆਂ ਨੇ, ਵਿਦਵਾਨਾਂ ਨੇ ਬਾਣੀ ਦਾ ਉਚਾਰਨ ਕੀਤਾ ਹੈ। ਪਰ ਜਿਹੜੇ ਜਾਣ ਕਰਕੇ ਗੁਰਾਂ ਦੀ ਉਪਮਾ ਨੂੰ ਘਟਾਉਣ ਵਾਸਤੇ, ਗੁਰੂ ਦੇ ਸਾਧ ਸੰਗਤ ਜੀ ਸਿਧਾਂਤ ਦੇ ਉੱਤੇ ਸੱਟ ਮਾਰਨ ਵਾਸਤੇ ਵੱਖਰਾ ਗ੍ਰੰਥ ਤਿਆਰ ਕਰਦੇ ਨੇ, ਬਰਾਬਰੀ ਕਰਨ ਦਾ ਯਤਨ ਕਰਦੇ ਨੇ, ਸਿਰਫ ਤੇ ਸਿਰਫ ਮਨ ਵਿੱਚ ਈਰਖਾ ਭਾਵਨਾ ਰੱਖ ਕਰਕੇ, ਦਵੈਸ਼ ਰੱਖ ਕਰਕੇ ਕਿ ਇਹਨਾਂ ਦੀ ਵਡਿਆਈ ਕਿਉਂ ਹੈ ਇੰਨੀ ਸੰਸਾਰ ਦੇ ਵਿੱਚ। ਇਹ ਸਿਰਫ ਰੱਖ ਕਰਕੇ, ਇਹ ਧਾਰਨਾ ਰੱਖ ਕਰਕੇ ਜਿਹੜੇ ਸਾਧ ਸੰਗਤ ਜੀ ਗੁਰੂ ਦੇ ਸਿਧਾਂਤ ਤੋਂ ਉਲਟ ਬਾਣੀ ਲਿਖਦੇ ਹਨ। ਜੋ ਸਿੱਖ ਪੜ੍ਹੈ ਪਰਹਿ ਮਤ ਫਰਕ। ਕਹਿੰਦੇ ਜੋ ਇਸ ਤਰ੍ਹਾਂ ਦੇ ਉਹਨਾਂ ਕਵੀਆਂ ਦੇ ਜਿਹੜੇ ਦੁਸ਼ਟਤਾ ਹੀ ਕਰਦੇ ਨੇ, ਗੁਰੂ ਦੀ ਵਡਿਆਈ ਨੂੰ ਜਰਦੇ ਨਹੀਂ, ਈਰਖਾ ਕਰਦੇ ਨੇ ਗੁਰੂ ਦੇ ਨਾਲ, ਇਹੋ ਜਿਹੇ ਲੋਕਾਂ ਦੀ ਜਿਹੜੇ ਬਾਣੀ ਪੜ੍ਹਨਗੇ ਉਹਨਾਂ ਦੀ ਬੁੱਧੀ 'ਚ ਫਰਕ ਪੈ ਜਾਂਦਾ ਹੈ। ਅਪਰ ਜੇ ਗੁਰਬਾਣੀ ਅਨੁਸਾਰ। ਔਰ ਜੋ ਵੀ ਸਿਧਾਂਤ ਹੈ ਜੋ ਗੁਰਬਾਣੀ ਦੇ ਅਨੁਸਾਰ ਹੈ। ਕਹਿ ਵਰਣਨ ਜੇ ਪ੍ਰਭ ਅਵਤਾਰ। ਜਿਹਦੇ ਵਿੱਚ ਭਾਵੇਂ ਅਕਾਲ ਪੁਰਖ ਵਾਹਿਗੁਰੂ ਦੇ ਅਵਤਾਰਾਂ ਦਾ ਜ਼ਿਕਰ ਕੀਤਾ ਹੋਵੇ। ਸਤਿਗੁਰ ਹਰ ਸੰਬੰਧਨੀ ਬਾਣੀ। ਸਤਿਗੁਰੂ ਦੇ ਤੇ ਗੁਰੂ ਦੇ ਸੰਬੰਧ ਦੇ ਵਿੱਚ ਉਹ ਬਾਣੀ ਹੋਵੇ। ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਕਬਿਤ ਸਵਈਏ ਨੇ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਹੈ। ਇਹ ਜਿਹੜੀਆਂ ਬਾਣੀਆਂ ਜ਼ਫਰਨਾਮਾ ਆਦਿਕ, ਇਹ ਜਿਹੜੀਆਂ ਸਾਰੀਆਂ ਬਾਣੀਆਂ ਨੇ ਨਾ, ਇਹ ਸਤਿਗੁਰੂ ਦੇ ਸਿਧਾਂਤ ਵਾਲੀਆਂ ਬਾਣੀਆਂ ਨੇ, ਮਿਲੀਆਂ ਹੋਈਆਂ ਬਾਣੀਆਂ ਹਨ। ਪੜ੍ਹੋ ਸੁਣੋ ਨਿਸਚੈ ਉਰਠਾਨੀ। ਇਹਨਾਂ ਬਾਣੀਆਂ ਨੂੰ ਪੜ੍ਹਨਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ ਤੇ ਹਿਰਦੇ ਦੇ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ। ਮਤ ਸਰ ਕਰ ਗੁਰ ਸੋ ਜਿਨ ਕਰੀ। ਜਿਹੜੇ ਈਰਖਾ ਵਸ ਹੋ ਕਰਕੇ ਗੁਰੂ ਦੀ ਬਰਾਬਰੀ ਕਰਨ ਦਾ ਯਤਨ ਕਰਦੇ ਹਨ। ਕਹਿ ਵਿਸਿਆਨ ਕਹਿ ਨਰ ਕਥ ਧਰੀ। ਕਈ ਸਾਧ ਸੰਗਤ ਜੀ ਵਿਸ਼ੇ ਵਿਕਾਰਾਂ ਦੇ ਵਿੱਚ ਲੱਗ ਕਰਕੇ ਇਸ ਤਰ੍ਹਾਂ ਵੱਖਰਾ ਹੀ ਆਪਣਾ ਸਿਧਾਂਤ ਚਲਾਉਣ ਦਾ ਯਤਨ ਕਰਦੇ ਨੇ, ਗੁਰੂ ਦੇ ਸਿਧਾਂਤ ਤੇ ਸੱਟ ਮਾਰਦੇ ਨੇ। ਤਿਨ ਕੋ ਪੜਨ ਬਾਦ ਹੈ ਐਸੇ। ਉਹਨਾਂ ਦਾ ਪੜਨਾ ਜਿਹੜਾ ਹੈ ਵਿਅਰਥ ਹੈ। ਕਿਸ ਤਰ੍ਹਾਂ ਦਾ ਵਿਅਰਥ ਹੈ? ਇਸ ਜਿਵੇਂ ਕਿ ਬਿਨ ਬਰਖਾ ਘਨ ਗਰਜਤ ਜੈਸੇ। ਜਿਵੇਂ ਕਿ ਸਾਧ ਸੰਗਤ ਜੀ ਬਗੈਰ ਬੱਦਲਾਂ ਤੋਂ ਜਿਵੇਂ ਮੀਂਹ ਨਾ ਪੈਂਦਾ ਹੋਵੇ ਤੇ ਬੱਦਲ ਆਪਸ 'ਚ ਗੜਗੜਾਉਂਦੇ ਹੋਣ। ਜਿਸ ਮਹਿ ਗੁਰ ਅਰ ਹਰ ਤਰਕੰ। ਜਿਸ ਬਾਣੀ ਦੇ ਵਿੱਚ ਗੁਰੂ ਦੇ ਉੱਤੇ ਤਰਕ ਕੀਤੀ ਹੋਵੇ, ਪਰਮੇਸ਼ਰ ਦੇ ਨਾਮ ਨੂੰ ਸਾਧ ਸੰਗਤ ਜੀ ਖੰਡਨ ਕੀਤਾ ਹੋਵੇ, ਪਰਮਾਤਮਾ ਨੂੰ ਜਿਹੜੇ ਮੰਨਦੇ ਨਹੀਂ। ਨਰਕ ਪਰੇ ਜੇ ਪੜ੍ਹੈ ਸੁਨੰਤੇ। ਜਿਹੜੇ ਇਹੋ ਜਿਹੇ ਸਾਧ ਸੰਗਤ ਜੀ ਕੁਤਰਕਾਂ ਵਾਲੀ ਬਾਣੀ ਨੂੰ, ਗ੍ਰੰਥਾਂ ਨੂੰ ਪੜ੍ਹਦੇ ਨੇ, ਉਹ ਨਰਕਾਂ ਵਿੱਚ ਪੈਣਗੇ। ਹਰ ਕੀ ਨਸ ਗੁਰਦਾਸ ਜੋ ਬਾਨੀ। ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਚਨ ਕਰਦੇ ਨੇ ਕਿ ਜੋ ਭਾਈ ਗੁਰਦਾਸ ਜੀ ਦੀ ਬਾਣੀ ਹੈ, ਵਾਰਾਂ ਨੇ, ਕਬਿਤ ਹਨ। ਗੁਰਬਾਣੀ ਕੇ ਆਸੈ ਸਾਨੀ। ਉਹ ਗੁਰਬਾਣੀ ਦੇ ਆਸ਼ੇ ਅਨੁਸਾਰ ਹੈ, ਗੁਰਬਾਣੀ ਦੇ ਸਿਧਾਂਤ ਨੂੰ ਖੋਲ੍ਹਦੀ ਹੈ। ਭਾਈ ਗੁਰਦਾਸ ਜੀ ਦੀ ਬਾਣੀ ਜਿਹੜੀ ਹੈ ਉਹ ਗੁਰਬਾਣੀ ਦੀ ਕੁੰਜੀ ਹੈ, ਜਾਣਨਾ ਕਰੋ। ਐਸੀ ਪੜ੍ਹਵੇ ਗੁਰਮਤਿ ਪਾਵੈ। ਇਹੋ ਜੀ ਬਾਣੀ ਨੂੰ ਪੜ੍ਹਨ ਦੇ ਨਾਲ ਗੁਰੂ ਦੀ ਮਤ ਨੂੰ ਪ੍ਰਾਪਤ ਕਰੀਦਾ ਹੈ। ਗੁਰੂ ਦਾ ਜਿਹੜਾ ਸ੍ਰੇਸ਼ਟ ਸਿਧਾਂਤ ਹੈ ਉਹਨੂੰ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਬਿਤ ਜਿਹੜੇ ਨੇ
ਗੁਰੂ ਦੇ ਸਿਧਾਂਤ ਨੂੰ ਖੋਲ੍ਹ ਕਰਕੇ ਪ੍ਰਸਤੁਤ ਕਰਦੇ ਹਨ। ਸਤਿਗੁਰ ਸਰਦਾਰੀ ਦਾ ਵਧਾਵੈ। ਗੁਰੂ ਦੀ ਉੱਤੇ ਤੇ ਸਤਿਗੁਰੂ ਦੇ ਤੇ ਪਰਮਾਤਮਾ ਦੇ ਉੱਤੇ ਬਹੁਤ ਹੀ ਸ਼ਰਧਾ ਜਿਹੜੀ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹ ਕਰਕੇ ਬਹੁਤ ਮਨ 'ਚ ਸ਼ਰਧਾ ਪੈਦਾ ਹੁੰਦੀ ਹੈ। ਸਿੱਖੀ ਕੋ ਪ੍ਰਾਪਤ ਨਰ ਹੋਏ। ਤੇ ਸਿੱਖੀ ਨੂੰ ਪ੍ਰਾਪਤ ਕਰਦੀ ਹੈ, ਮਨ ਦੇ ਵਿੱਚ ਗੁਰਸਿੱਖੀ ਪੈਦਾ ਹੁੰਦੀ ਹੈ। ਹਰ ਗੁਰ ਜਸ ਧਰ ਕੋ ਨਹਿ ਕੋਏ। ਤੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਤੇ ਸਤਿਗੁਰੂ ਸਾਹਿਬ ਜੀ ਦਾ ਜਸ ਜਿਹੜਾ ਹੈ ਉਹ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਤੇ ਕਵਿਤਾਂ ਦੇ ਵਿੱਚ ਵਰਣਨ ਕੀਤਾ ਹੈ। ਰੁਚ ਸੋ ਪੜ੍ਹੋ ਸੁਣੋ ਸੁਖ ਪਾਵੋ। ਪ੍ਰੇਮ ਦੇ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪ੍ਰੇਮ ਦੇ ਨਾਲ, ਆਦਰ ਦੇ ਨਾਲ ਪੜ੍ਹਨਾ ਕਰੋ, ਜਿਹਦੇ ਕਰਕੇ ਹਿਰਦੇ ਦੇ ਵਿੱਚ ਬਹੁਤਾ ਭਾਰੀ ਪ੍ਰੇਮ ਪੈਦਾ ਹੋਵੇਗਾ। ਗੁਰ ਕੀ ਪ੍ਰਭ ਕੀ ਕਥਾ ਸੁਣਾਵੋ। ਇਸ ਤਰ੍ਹਾਂ ਗੁਰੂ ਦੀ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸ੍ਰੇਸ਼ਟ ਕਥਾ ਹੈ ਉਹਦੇ ਤਾਈਂ ਸੁਣਨਾ ਕਰੋ, ਉਹਦੇ ਤਾਈਂ ਪੜ੍ਹਨਾ ਕਰੋ। ਸ੍ਰੀ ਅਰਜਨ ਤੇ ਸੁਣ ਸਭ ਮਾਨੀ। ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਸੋਂ ਬਚਨ ਸੁਣ ਕਰਕੇ ਸਾਰੇ ਜਿਹੜੇ ਗੁਰਸਿੱਖ ਨੇ, ਭਾਈ ਹਰਬੰਸ ਸਿੰਘ ਆਦਿਕ ਸਾਰਿਆਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਮੰਨਿਆ ਹੈ। ਪੜਨ ਲਗੇ ਗੁਰ ਕ੍ਰਿਤ ਮਹਾਨੀ। ਤੇ ਪਠਣ ਲੱਗੇ ਨੇ, ਪੜਨ ਲੱਗੇ ਨੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ, ਵਾਰਾਂ ਨੂੰ, ਕਵਿਤਾ ਨੂੰ ਪ੍ਰੇਮ ਦੇ ਨਾਲ, ਸਤਿਕਾਰ ਨਾਲ ਤੇ ਧੁਰ ਕੀ ਬਾਣੀ ਦਾ ਵੀ ਜਪ ਕਰਦੇ ਹਨ। ਆਨੰਦ ਮੁਰਾਰੀ ਸੁਮਤ ਮਹਾਨੀ। ਭਾਈ ਅਨੰਦ ਮੁਰਾਰੀ ਸ੍ਰੇਸ਼ਟ ਮਤ ਵਾਲੇ ਮਹਾਨ ਗੁਰਸਿੱਖ, ਮਹਾਪੁਰਖ ਸਿੱਖ ਆਤਮ ਗਿਆਨੀ। ਮਹਾਪੁਰਖ ਨੇ ਤੇ ਹਿਰਦੇ ਦੇ ਵਿੱਚ, ਆਤਮਾ ਦੇ ਵਿੱਚ ਗਿਆਨ ਪੈਦਾ ਹੋਇਆ ਹੈ। ਨਾਨੋ ਲਟਕਣ ਜਾਤ ਸੁਜਾਨਾ। ਤੇ ਭਾਈ ਨਾਨੋ ਜੀ ਲਟਕਣ ਆਦਿਕ ਜਿਨ੍ਹਾਂ ਦੀ ਸ੍ਰੇਸ਼ਟ ਜਾਤੀ ਹੈ, ਬਹੁਤ ਜਿਹੜੇ ਸਿਆਣੇ ਹਨ। ਇੰਦਰਾਓ ਸਿੱਖ ਮਿਲ ਕਲਿਆਣਾ। ਤੇ ਭਾਈ ਬਿੰਦਰਾਓ ਤੇ ਭਾਈ ਕਲਿਆਣਾ ਜੀ, ਇਹ ਸਾਰੇ ਗੁਰਸਿੱਖ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਏ ਹਨ। ਆਲਮ ਚੰਦ ਹਾਂਡਾ ਜੋ ਉਚਾਰਾ। ਭਾਈ ਆਲਮ ਚੰਦ ਹਾਂਡਾ ਜੀ ਜਿਨ੍ਹਾਂ ਦਾ ਨਾਮ ਉਚਾਰਨ ਕਰਦੇ ਹਨ, ਇਹ ਸ੍ਰੇਸ਼ਟ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਏ ਹਨ। ਤਾਲਵਾੜ ਬੋਹਰੋ ਸੈਸਾਰਾ। ਭਾਈ ਤਾਲਵਾੜ ਜੀ ਤੇ ਭਾਈ ਸੈਸਾਰਾ ਜੀ, ਇਹ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਨੇ। ਇਹ ਪ੍ਰਸੰਗ ਆਪ ਜੀਆਂ ਨੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਹੈ। ਜੋ ਤਖਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਵੱਲੋਂ ਜੋ ਨਿਤਾ ਪ੍ਰਤੀ ਹੀ ਸਾਧ ਸੰਗਤ ਜੀ, ਇਹ ਜੋ ਮਹਾਂਮਾਰੀ ਫੈਲੀ ਹੋਈ ਹੈ, ਇਸ ਦੇ ਵਿੱਚ ਜੋ ਸੇਵਾਵਾਂ ਚੱਲ ਰਹੀਆਂ ਨੇ, ਸਾਰੀਆਂ ਸੰਗਤਾਂ ਨੇ, ਸਾਧ ਸੰਗਤ ਜੀ ਜੋ ਦਸਵੰਧ ਕੱਢਦੇ ਨੇ, ਗੁਰਸਿੱਖ ਨਿਤਨੇਮੀ ਪ੍ਰੇਮੀ, ਉਹਨਾਂ ਨੇ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਪ੍ਰਾਪਤ ਕਰਨੀ ਹੈ ਤੇ ਜੋ ਵੀ ਤਿਲ ਫੁੱਲ ਭੇਟ ਆਏ ਅਰਪਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ। ਇੱਥੇ ਸਮੇਂ ਦੀ ਸਮਾਪਤੀ ਹੈ ਜੀ। ਸ੍ਰੀ ਅਰਜਨ ਤੇ ਸੁਣ ਸਭ ਮਾਨੀ। ਪੜਨ ਲਗੇ ਗੁਰ ਕ੍ਰਿਤ ਮਹਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।